कवन कवन गुण कह कह गावा। तू साहिब गुणी निधाना, तुमरी महिमा वर्ण ना सकूं। तू ठाकुर ऊच भगवाना, बेशुमार अथाह अगणित अतुल्य। ज्यों बुलावो त्यों नानक दास बोले। अगम अगोचर सच साहिब मेरा, नानक बोले। बुलाया तेरा नानक बोले। बुलाया तेरा। सतनाम श्री वाहिगुरु साहिब जीओ। साची लिवै बिन देह निमाणी, देह निमाणी लिवै बज हो। क्या करे विचारिया, तुध बाज समरथ कोई नाही। कृपा कर बनवारिया, एस नौ होर थाओ नाही। शब्द लाग सवारिया, कह नानक लिवै बज हो। क्या करे बेचारिया, एस नौ होर थाओ नाही। शब्द लाग सवारिया, कह नानक लिवै बज हो। कृपा कर कह नानक लिवै बजो। क्या करे बेचारिया। वाहिगुरु जी का खालसा, वाहिगुरु जी की फतेह। परम सत्कार ते सन्मानयोग चबर छतर तखत दे मालक, जुगो जुग अटल सर्ब सांझी वालता दे पैगंबर, दीन दुनिया दे राखे, मनुखता दे सांझे रहबर, गुरता गद्दी ते सुभायमान हलत पलत के रखियक, साहिब कमाल वाली कुल आलम, मुजस्मे आबे हयात धन 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 साहिब श्री गुरु ग्रंथ साहिब जी महाराज। गरीब नवाज सतगुरां दी महान बख्शिश, महान कृपा रहमत दा सदका आप सरबत संगतां हर रोज की तरह अमृत वेले दे दीवाना च गुरु दरबार दियां हाजरियां भरन लई पुजे हो, वडभागे हो। परमात्मा वालों मिलिया होया मनुखा जीवन सफल करने वास्ते आप जी ने बड़े प्यार सत्कार नाल रब्बी गुरबाणी दे नितनेम आप भी कीते और सरवण कीते। इलाही गुरबाणी धुरकी बाणी का कीर्तन आप जी ने बड़े प्यार नाल सरवण कीता।
ਔਰ ਨਾਲ ਹੀ ਸਤਿਗੁਰਾਂ ਦੇ ਤਰਸ ਦੇ ਪਾਤਰ ਬਣੇ ਹੋ। ਕੁਝ ਸਮਾਂ ਆਪਾਂ ਸਾਰਿਆਂ ਨੂੰ ਉਸ ਪ੍ਰਮਾਤਮਾ ਦੀਆਂ ਸਿਫਤਾਂ ਕਰਨ ਦਾ, ਉਸ ਪਰਵਤਗਾਰ ਵਾਹਿਗੁਰੂ ਪ੍ਰਮਾਤਮਾ ਅਕਾਲ ਪੁਰਖ ਦੀਆਂ ਬਾਤਾਂ ਪਾਉਣ ਦਾ ਸਮਾਂ ਵੀ ਮਿਲਿਆ। ਆਓ ਰਲ ਮਿਲ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸ਼੍ਰੀ ਅਨੰਦ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੀ 6ਵੀਂ ਪੌੜੀ, ਜਿਹਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ, ਇਸ ਪਾਵਨ ਪੌੜੀ ਦੀ ਵਿਚਾਰ ਕਰਕੇ ਆਪਾਂ ਸਾਰੇ ਹੀ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣੀਏ। ਉਸ ਪ੍ਰਮਾਤਮਾ ਦੀ ਸਿਫਤ ਕਰਦੇ ਕਰਦੇ ਉਸ ਪ੍ਰਮਾਤਮਾ ਵਿੱਚ ਹੀ ਸਮਾ ਜਾਈਏ। ਉਸ ਵਾਹਿਗੁਰੂ ਦਾ ਰੂਪ ਹੋ ਜਾਈਏ, ਉਹਦੇ ਗੁਣਾਂ ਦੇ ਧਾਰਨੀ ਹੋ ਜਾਈਏ। ਇਸ ਭਾਵਨਾ ਦੇ ਨਾਲ ਅਸੀਂ ਉਸ ਵਾਹਿਗੁਰੂ ਦੀ ਸਿਫਤ ਕਰਨੀ ਹੈ। ਆਨੰਦ ਸਾਹਿਬ ਦੀ ਬਾਣੀ ਮੈਂ ਹਰ ਰੋਜ਼ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਤੇ ਵਾਰ-ਵਾਰ ਯਾਦ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਇਹ ਬਾਣੀ ਸਾਡੇ ਨਿਤਨੇਮ ਦੇ ਵਿੱਚ ਹੈ, ਜੇ ਇਹ ਪਾਵਨ ਪਵਿੱਤਰ ਬਾਣੀ ਅਸੀਂ ਅੰਮ੍ਰਿਤ ਵੇਲੇ ਦੇ ਨਿਤਨੇਮ 'ਚ ਪੜ੍ਹਦੇ ਹਾਂ, ਸ਼ਾਮ ਨੂੰ ਸੰਧਿਆ ਵੇਲੇ 6 ਪੌੜੀਆਂ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹਾਂ, ਇਸ ਪਾਵਨ ਪਵਿੱਤਰ ਬਾਣੀ ਦੀ ਅਹਿਮੀਅਤ ਕੀ ਹੋਏਗੀ? ਇਸ ਪਾਵਨ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਕਿੱਡਾ ਵਡਮੁੱਲਾ ਗਿਆਨ ਰੱਖਿਆ ਹੋਏਗਾ। ਇੱਕ ਅਰਕ ਹੁੰਦਾ ਨਾ, ਅਰਕ, ਜਿਵੇਂ ਗੁਲਾਬ ਦੇ ਫੁੱਲ ਬਹੁਤੇ ਜ਼ਿਆਦਾ ਹੋਣ ਤੇ ਜੇ ਉਹਦਾ ਅਤਰ ਕੱਢਣਾ ਹੋਵੇ, ਉਹਦਾ ਅਰਕ ਕੱਢਣਾ ਹੋਵੇ, ਇੱਕ ਸ਼ੀਸ਼ੀ ਵਿੱਚ ਆ ਜਾਂਦਾ, ਨਿੱਕੀ ਜਿਹੀ ਵਿੱਚ। ਫੁੱਲਾਂ ਦੇ ਢੇਰ ਦੇ ਵਿੱਚੋਂ ਜੇ ਉਹਦਾ ਅਰਕ ਕੱਢੀਏ, ਇੱਕ ਨਿੱਕੀ ਜਿਹੀ ਸ਼ੀਸ਼ੀ 'ਚ ਆਉਂਦਾ ਹੈ। ਇਉਂ ਲੱਗਦਾ ਜਿਵੇਂ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਉਸ ਪਰਮਾਤਮਾ ਦੀਆਂ ਸਿਫਤਾਂ ਕਰਦੇ ਕਰਦੇ ਰੱਬੀ ਗੁਰਬਾਣੀ ਦਾ ਬੇਅੰਤ ਖਜ਼ਾਨਾ ਬਖਸ਼ਦੇ ਬਖਸ਼ਦੇ ਆਨੰਦ ਸਾਹਿਬ ਦੀ ਬਾਣੀ ਇੱਕ ਅਰਕ ਕੱਢ ਕੇ ਦੇਤਾ ਹੋਵੇ ਕਿ ਇਸ ਬਾਣੀ ਨੂੰ ਹਰ ਰੋਜ਼ ਪੜ੍ਹ ਲਿਆ ਕਰੀ, ਇਹਦੀ ਵਿਚਾਰ ਨਾਲ ਜੁੜ ਜਾਈ, ਇਹਨੂੰ ਸਮਝ ਲਈ। ਇਹ ਪਾਵਨ ਬਾਣੀ ਤੈਨੂੰ ਤੇਰੇ ਜੀਵਨ ਦੇ ਅਸਲ ਮਕਸਦ ਤੋਂ ਜਾਣੂ ਕਰਾਉਂਦੀ ਰਹੇਗੀ। ਜਪਜੀ ਸਾਹਿਬ ਵਿੱਚ ਅਸੀਂ 5 ਖੰਡਾਂ ਦੀ ਵਿਚਾਰ ਕੀਤੀ ਸੀ, ਜਿਨ੍ਹਾਂ ਨੇ ਜਗਿਆਸੂਆਂ ਨੇ 5 ਬਾਣੀਆਂ ਦੇ ਜਦੋਂ ਦੀ ਇਹ ਕਥਾ ਸ਼ੁਰੂ ਹੋਈ ਹੈ ਜਪਜੀ ਸਾਹਿਬ ਤੋਂ, ਲਗਾਤਾਰ ਜਿਹੜੀਆਂ ਵੀ ਸੰਗਤਾਂ ਜੁੜੀਆਂ, ਚਾਹੇ ਇੱਥੇ ਆਉਂਦੇ ਆ, ਚਾਹੇ ਲਾਈਵ ਦੇਖਦੇ ਆ ਘਰਾਂ 'ਚ, ਉਹਨਾਂ ਨੂੰ ਜ਼ਰੂਰ ਯਾਦ ਹੋਏਗਾ। ਜਪਜੀ ਸਾਹਿਬ ਵਿੱਚ ਅਸੀਂ 5 ਖੰਡਾਂ ਵਿੱਚੋਂ ਜਦੋਂ ਨਿਕਲ ਰਹੇ ਸੀ, ਗਿਆਨ ਖੰਡ ਕਾ ਆਖੋ ਕਰਮ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਸ਼ਰਮ ਖੰਡ ਕੀ ਬਾਣੀ ਰੂਪ, ਕਰਮ ਖੰਡ ਕੀ ਬਾਣੀ ਜੋਰ। ਇਹਨਾਂ ਵਿੱਚੋਂ ਨਿਕਲਦੇ ਨਿਕਲਦੇ ਜੋ ਸਤਿਗੁਰਾਂ ਨੇ ਉਹਦੇ ਵਿੱਚ ਉਪਦੇਸ਼ ਦਿੱਤਾ, ਉਹਨੂੰ ਕਮਾਉਂਦੇ, ਕਿਉਂਕਿ ਇਹ 5 ਖੰਡ ਵੀ ਸਾਡਾ ਆਤਮਿਕ ਜੀਵਨ ਦਾ ਅੰਦਰੂਨੀ ਸਫ਼ਰ ਹੈ। ਕੋਈ ਇਹ ਖੰਡ ਬਾਹਰ ਜਾਂ ਬ੍ਰਹਿਮੰਡ ਵਿੱਚ ਨਹੀਂ ਬਣੇ ਹੋਏ, ਸਾਡੇ ਅੰਦਰ ਹੀ ਇਹ ਪੜਾਅ ਨੇ। ਜਿਵੇਂ 5 ਕੋਸ਼ ਨੇ, ਇਸੇ ਤਰ੍ਹਾਂ ਹੀ ਇਹ 5 ਖੰਡ ਨੇ। ਸਿੱਖ ਨੇ, ਜਗਿਆਸੂ ਨੇ, ਮਨੁੱਖ ਨੇ ਸਿਮਰਨ ਕਰਦੇ ਹੋਏ, ਮੈਡੀਟੇਸ਼ਨ ਕਰਦੇ ਹੋਏ, ਇਹ ਸੁਰਤ ਨੇ ਸ਼ਬਦ ਦੇ ਪਿੱਛੇ ਪਿੱਛੇ ਚੱਲਦੇ ਹੋਏ ਇਹਨਾਂ ਖੰਡਾਂ ਵਿੱਚੋਂ ਨਿਕਲਣਾ ਹੈ। ਤੇ ਮੰਜ਼ਿਲ ਕੀ ਹੈ? ਸੱਚਖੰਡ ਵਸੈ ਨਿਰੰਕਾਰ, ਸੱਚਖੰਡ ਤੱਕ ਪਹੁੰਚਣਾ ਹੈ। ਸੱਚਖੰਡ ਕੋਈ ਇੱਕ ਵੱਖਰਾ ਕਿਸੇ ਇੱਕ ਹਿੱਸੇ ਵਿੱਚ ਨਹੀਂ ਬਣਿਆ, ਕਿਸੇ ਇੱਕ ਧਰਤੀ ਤੇ, ਕਿਸੇ ਕੋਈ ਵੱਖਰੀ ਜਗ੍ਹਾ ਤੇ ਸੱਚਖੰਡ ਨਹੀਂ ਬਣਿਆ ਹੋਇਆ। ਉਹ ਖੰਡ, ਉਹ ਟੁਕੜਾ ਜਿੱਥੇ ਹਮੇਸ਼ਾ ਸੱਚ ਦਾ ਹੀ ਬੋਲਬਾਲਾ ਹੈ, ਸੱਚ ਦਾ ਹੀ ਪਹਿਰਾ ਹੈ, ਕੋਈ ਦੂਜੀ ਤੀਜੀ ਗੱਲ ਹੀ ਨਹੀਂ ਹੋ ਰਹੀ। ਜਿਹਨੂੰ ਭਗਤ ਰਵਿਦਾਸ ਜੀ ਨੇ ਕਿਹਾ ਬੇਗਮਪੁਰਾ ਸ਼ਹਿਰ ਕੋ ਆਓ, ਭਗਤ ਰਵਿਦਾਸ ਜੀ ਨੇ ਉਹਨੂੰ ਬੇਗਮਪੁਰਾ ਕਿਹਾ। ਦੁੱਖ ਅੰਦੋਹ ਨਹੀਂ ਤੈ ਠਾਓ,
ਦੋਮ ਨਾ ਸੇਮ ਏਕ ਪਾਤਸ਼ਾਹੀ, ਉੱਥੇ ਦੂਜਾ ਤੀਜਾ ਕੋਈ ਨਹੀਂ, ਸਿਰਫ ਇੱਕ ਦਾ ਹੀ ਬੋਲਬਾਲਾ। ਇੱਕ ਕੌਣ ਹੈ? ਪ੍ਰਮਾਤਮਾ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਿੱਥੇ ਸੱਚ ਹੀ ਸੱਚ ਵਰਤ ਰਿਹਾ ਉੱਥੇ ਸੱਚ ਬੋਲਣ ਵਾਲੇ ਨੇ, ਸੱਚ ਸੁਣਨ ਵਾਲੇ ਨੇ, ਸੱਚ ਦੇ ਧਾਰਨੀ ਨੇ, ਸੱਚ ਦੇ ਵਿੱਚ ਜਿਉਣ ਵਾਲੇ, ਸੱਚ ਤੇ ਵਿਸ਼ਵਾਸ ਰੱਖਣ ਵਾਲੇ ਨੇ। ਔਰ ਮੈਂ ਇਹ ਵੀ ਕਹਾਂ, ਇਦਾਂ ਦੇ ਸੱਚਖੰਡ ਵਿੱਚ ਸਿੱਖ ਜਿਉਂਦੇ ਜੀ ਰਹਿ ਸਕਦਾ ਹੈ। ਆਮ ਤੌਰ ਤੇ ਅਸੀਂ ਕੋਈ ਵੀ ਰੱਬੀ ਆਤਮਾ ਜਦੋਂ ਪ੍ਰਮਾਤਮਾ ਦੇ ਚਰਨਾਂ 'ਚ ਪੰਜ ਤੱਤਾਂ 'ਚ ਵਿਲੀਨ ਹੁੰਦੀ ਆ, ਅਸੀਂ ਕਹਿੰਦੇ ਹਾਂ ਜੀ ਸੱਚਖੰਡ ਵਾਸੀ। ਇੱਕ ਵਿਸ਼ਵਾਸ ਔਰ ਇੱਕ ਧਾਰਮਿਕ ਦੁਨੀਆ ਦੇ ਬੋਲ ਨੇ, ਇਹ ਸਤਿਕਾਰਤ ਬੋਲ ਨੇ, ਕਹਿਣੇ ਚਾਹੀਦੇ ਆ। ਪਰ ਸੱਚਖੰਡ ਵਾਸੀ ਉਸੇ ਨੇ ਬਣਨਾ ਜਿਹੜਾ ਜਿਉਂਦੇ ਜੀ ਸੱਚਖੰਡ ਵਾਸੀ ਹੋਏਗਾ। ਸਤਿਗੁਰੂ ਪਾਤਸ਼ਾਹ ਨੇ ਸਾਨੂੰ ਹਰ ਇੱਕ ਗੱਲ ਇੱਥੇ ਪ੍ਰੈਕਟੀਕਲ ਕਰਕੇ ਵਿਖਾਈ ਹੈ, ਔਰ ਸੱਚਖੰਡ ਦੁਨੀਆ ਤੇ ਬਣਾ ਕੇ ਵੀ ਦਿਖਾਇਆ ਹੈ। ਇੱਕ ਤਾਂ ਸੱਚਖੰਡ ਹਰ ਇੱਕ ਗੁਰੂ ਘਰ ਵਿੱਚ ਬਣਿਆ ਹੋਇਆ ਹੈ। ਇੱਕ ਸੱਚਖੰਡ ਗੁਰੂ ਸਾਹਿਬਾਨਾਂ ਨੇ ਧਰਤੀ ਤਖਤੇ ਤੇ, ਜੇ ਅਕਾਲ ਦੇ ਤਖਤ ਦੀ ਗੱਲ ਹੋਈ ਉਹ ਵੀ ਧਰਤੀ ਤੇ ਬਣਾ ਦਿੱਤਾ। ਜੇ ਹਰੀ ਦੇ ਮੰਦਿਰ ਦੀ ਗੱਲ ਹੋਈ ਉਹ ਵੀ ਧਰਤੀ ਤੇ ਬਣਾ ਦਿੱਤਾ। ਜੇ ਆਨੰਦ ਦੇ ਜਿਹੜਾ ਜਿੱਥੇ ਹਮੇਸ਼ਾ ਹੀ ਆਨੰਦ ਵਰਤਦਾ ਹੈ ਉਸ ਆਨੰਦਪੁਰ ਦੀ ਗੱਲ ਹੋਈ ਉਹ ਵੀ ਧਰਤੀ ਤੇ ਬਣਾ ਦਿੱਤਾ। ਜੇ ਮੁਕਤੀ ਦੇ ਸਰ ਦੀ ਗੱਲ ਹੋਈ ਤਾਂ ਮੁਕਤਸਰ, ਟੁੱਟੀ ਕੰਡੀ ਸਾਹਿਬ, ਉਹ ਵੀ ਧਰਤੀ ਤੇ ਬਣਾ ਦਿੱਤਾ। ਤੇ ਜੇ ਸੱਚਖੰਡ ਦੀ ਗੱਲ ਚੱਲੀ ਤਾਂ ਫਿਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਉਹ ਵੀ ਧਰਤੀ ਤੇ ਬਣਾ ਦਿੱਤਾ। ਹਰ ਇੱਕ ਗੱਲ ਸਾਡੇ ਅੱਖਾਂ ਦੇ ਸਾਹਮਣੇ ਰੱਖ ਦਿੱਤੀ, ਔਰ ਅਸੀਂ ਉਹਨਾਂ ਪ੍ਰਤੀਕਾਂ ਵਿੱਚੋਂ ਅਸਲ ਵਿੱਚ ਸੱਚਮੁੱਚ ਸੱਚਖੰਡ ਦੇ ਵਾਸੀ ਬਣਨਾ ਹੈ। ਜਿੱਥੇ ਵੀ ਰਹੀਏ ਸਾਡੇ ਲਈ ਉਹੀ ਸੱਚਖੰਡ ਹੋਵੇ। ਖੈਰ, ਜਪਜੀ ਸਾਹਿਬ ਵਿੱਚ ਸੱਚਖੰਡ ਉਹ ਅਵਸਥਾ ਹੈ ਜਿੱਥੇ ਗਮ ਕੋਈ ਨਹੀਂ, ਜਿੱਥੇ ਦੁੱਖ ਕੋਈ ਨਹੀਂ, ਜਿੱਥੇ ਡਰ ਕੋਈ ਨਹੀਂ ਹੈ, ਜਿੱਥੇ ਤਕਲੀਫ ਕੋਈ ਨਹੀਂ ਹੈ, ਜਿੱਥੇ ਊਚ ਨੀਚ ਦਾ ਵਿਤਕਰਾ ਨਹੀਂ, ਜਿੱਥੇ ਅਮੀਰ ਗਰੀਬ ਦੀ ਗੱਲ ਨਹੀਂ ਹੈ, ਜਿੱਥੇ ਇਹ ਵੀ ਖਿਆਲ ਨਹੀਂ ਹੈ ਕਿ ਮਰਦ ਜਾਤੀ ਹੈ ਜਾਂ ਇਸਤਰੀ ਜਾਤੀ ਹੈ। ਇਹ ਸਾਰੀਆਂ ਗੱਲਾਂ ਖਤਮ ਹੋ ਜਾਂਦੀਆਂ। ਉਹ ਸੱਚਖੰਡ ਹੈ, ਉਹ ਬੇਗਮਪੁਰਾ ਹੈ। ਉਸ ਅਵਸਥਾ ਨੂੰ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਆਨੰਦ ਕਹਿ ਦਿੱਤਾ। ਉਸ ਅਵਸਥਾ ਨੂੰ ਗੁਰੂ ਅਮਰਦਾਸ ਕਹਿ ਰਿਹਾ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਬਹੁਤ ਜ਼ਿਆਦਾ ਜੀਵਨ ਵਿੱਚ ਆਨੰਦ ਆ ਜਾਣਾ। ਤੇ ਇਹ ਸੱਚਖੰਡ ਵਿੱਚ ਰਹਿਣ ਵਾਲੇ ਹੀ ਇਸ ਆਨੰਦ ਨੂੰ ਮਾਣਦੇ ਆ। ਬੇਗਮਪੁਰੇ ਸ਼ਹਿਰ ਵਿੱਚ ਰਹਿਣ ਵਾਲੇ ਹੀ ਇਸ ਆਨੰਦ ਨੂੰ ਮਾਣਦੇ ਆ, ਜਿਸ ਆਨੰਦ ਦਾ ਜ਼ਿਕਰ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕੀਤਾ। ਔਰ ਇਹ ਆਨੰਦ ਸਾਹਿਬ ਦੀ ਬਾਣੀ ਨਾਲ ਇੰਨੀ ਸਾਡੀ ਸਾਂਝ ਪਵਾ ਦਿੱਤੀ। ਤੁਸੀਂ ਵੇਖੋ, ਸਿੱਖ ਦੇ ਜੀਵਨ ਜਨਮ ਤੋਂ ਸ਼ੁਰੂਆਤ ਹੋ ਜਾਂਦੀ ਹੈ ਬਾਣੀ। ਜਨਮ ਹੋਇਆ, ਗੁਰੂ ਘਰ ਆਏ ਅਰਦਾਸ ਕਰਾਉਣ ਵਾਸਤੇ, 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ। ਨਾਮਕਰਨ ਕਰਾਉਣ ਵਾਸਤੇ ਫਿਰ ਗੁਰੂ ਘਰ ਆਏ, ਗ੍ਰੰਥੀ ਸਿੰਘ ਨੂੰ ਕਿਹਾ ਜੀ ਨਾਮ ਰੱਖਣਾ ਬੱਚੇ ਦੀ ਅਰਦਾਸ। ਉਹਨਾਂ ਕੜਾਹ ਪ੍ਰਸ਼ਾਦ ਦੀ ਦੇਗ ਸਜਾਈ ਜਾਂ ਘਰੋਂ ਬਣਾ ਕੇ ਲਿਆਏ। ਫਿਰ 6 ਪੌੜੀਆਂ ਆਨੰਦ ਸਾਹਿਬ ਤੇ ਫਿਰ ਨਾਮਕਰਨ ਹੋਇਆ। ਫਿਰ ਸਗਾਈ ਹੋਈ, ਮੰਗਣੀ ਹੋਈ। ਉਦੋਂ ਵੀ ਕਹਿੰਦੇ ਨੇ ਇਹ ਆਨੰਦ ਸਾਹਿਬ ਦੀ ਬਾਣੀ ਨਾਲ ਵਾਸਤਾ ਪਿਆ। ਜ਼ਿੰਦਗੀ ਵਿੱਚ ਹੋਰ ਬੜੇ ਉਤਰਾਅ ਚੜਾਅ, ਬੜੀਆਂ ਉਚਾਈਆਂ ਉਤਰਾਈਆਂ ਆਈਆਂ, ਉਦੋਂ ਵੀ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਗਈ। ਅੰਮ੍ਰਿਤ ਦੀ ਦਾਤ ਲੈਣ ਵਾਸਤੇ ਗੁਰੂ ਕੋਲ ਗਏ, ਉਦੋਂ ਵੀ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਗਈ। ਵਿਆਹ ਦਾ ਦਿਨ ਆਇਆ, ਉਸ ਦਿਨ ਵੀ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਗਈ, ਜਿਹਦਾ ਨਾਮ ਹੀ ਆਨੰਦ ਕਾਰਜ ਰੱਖ ਦਿੱਤਾ। ਜਿਸ ਗ੍ਰਸਤ ਧਰਮ ਤੋਂ ਧਰਮੀ ਲੋਕ ਨਫ਼ਰਤ ਕਰਦੇ ਸਨ, ਮਾੜਾ ਮੰਨਦੇ ਸਨ ਕਿ ਗ੍ਰਸਤੀ ਬੰਦਾ ਰੱਬ ਨੂੰ ਨਹੀਂ ਪਾ ਸਕਦਾ, ਇੰਨੀ ਨਫ਼ਰਤ ਕੀਤੀ ਜੋਗੀਆਂ ਸਿੱਧਾਂ ਨੇ, ਜਿਹੜੇ ਇਸ ਧਰਮ ਨੂੰ ਛੱਡ ਕੇ ਜੰਗਲਾਂ ਪਹਾੜਾਂ ਚਲੇ ਗਏ। ਗੁਰੂ ਨਾਨਕ ਸਾਹਿਬ ਨੇ ਇਸ ਕਾਰਜ ਦਾ ਨਾਮ ਆਨੰਦ ਕਾਰਜ ਰੱਖਿਆ। ਭਾਈ, ਇਹ ਦੁੱਖ ਦੇਣ ਵਾਲਾ ਕਾਰਜ ਨਹੀਂ ਹੈ, ਇਹ ਤਾਂ ਬਲਕਿ ਆਨੰਦ ਦੇਣ ਵਾਲਾ ਕਾਰਜ ਹੈ। ਇਸ ਕਾਰਜ ਵਿੱਚੋਂ ਵੀ ਆਨੰਦ ਮਿਲਦਾ ਹੈ। ਉਦੋਂ ਵੀ ਆਨੰਦ ਸਾਹਿਬ ਦਾ ਪਾਠ ਹੋਇਆ। ਦਸਤਾਰਬੰਦੀ ਹੋਣੀ ਸੀ, ਉਦੋਂ ਵੀ ਆਨੰਦ ਸਾਹਿਬ ਦਾ ਪਾਠ ਹੋਇਆ। ਨਵਾਂ ਘਰ ਬਣਾਇਆ, ਉਦੋਂ ਵੀ ਆਨੰਦ ਸਾਹਿਬ ਦਾ ਪਾਠ ਹੋਇਆ। ਨਵੀਂ ਕਾਰ, ਗੱਡੀ, ਮੋਟਰ ਲਿਆਂਦੀ, ਉਦੋਂ ਵੀ ਆਨੰਦ ਸਾਹਿਬ ਦਾ ਪਾਠ ਹੋਇਆ। ਬੱਚਿਆਂ ਨੂੰ ਕੋਈ ਤਰੱਕੀ ਮਿਲੀ, ਕੋਈ ਦੇਸ਼ ਵਿਦੇਸ਼ ਵਿੱਚ ਗਿਆ, ਉਦੋਂ ਵੀ ਆਨੰਦ ਸਾਹਿਬ ਦਾ ਪਾਠ ਹੋਇਆ। ਮਹਾਰਾਜ ਕਹਿੰਦੇ ਇੰਨੀ ਸਾਂਝ ਤੇਰੀ ਇਸ ਆਨੰਦ ਸਾਹਿਬ ਨਾਲ ਬਣਾ ਦਿੱਤੀ, ਜਨਮ ਤੋਂ ਲੈ ਕੇ ਇਹ ਆਨੰਦ ਸਾਹਿਬ ਦੀ ਬਾਣੀ ਨਾਲ ਤੈਨੂੰ ਗੁਰੂ ਨੇ ਜੋੜ ਦਿੱਤਾ। ਚੇਤੇ ਰੱਖੀ, ਜਿਸ ਦਿਨ ਇਸ ਦੁਨੀਆ ਤੋਂ ਜਾਏਗਾ ਉਸ ਦਿਨ ਵੀ ਅੰਤਮ ਵੇਲੇ ਤੇਰੇ ਕੋਲ ਆਨੰਦ ਸਾਹਿਬ ਦਾ ਪਾਠ ਕੀਤਾ ਜਾਏਗਾ। ਇੰਨਾ ਡੂੰਘਾ ਵਾਸਤਾ ਪਾਇਆ ਆਨੰਦ ਸਾਹਿਬ ਨਾਲ।
अंतिम दिन अंतिम अरदास वेले भी आनंद साहब पढ़िया जाना है। तो सतगुरु पातशाह दी ये रब्बी बाणी है जिहदी विचार नाल आपां जुड़े हुए हैं। गुरु चरनां विच आउण वाले नूं सतगुरु कहंदे आ, ये बोध हो जाता है कि मेरे कोल तीन चीज़ां ने, क्योंकि सतगुरु एहसास कराउंदे आ। एक देही है, दूजी इहदे विच परमात्मा दी जोत है, जिस करके ये देही संसार च विचर रही है। तीसरी दात इहदे कोले मन दी है। देही दी आत्मिक जीवन दी इन्हां दे विचकार जिहड़ी मानसिक अवस्था है, भटकना सिर्फ उस गल दी है कि मन दा अपने मूल नूं भुल जाना। शरीर एक आत्मा, इहदे विचकार जिहड़ा हिस्सा है वह मन है, और जिहनूं मानसिक अवस्था कहा जाता है। और मन की भटकना उदों वध जाती है, जां भटकदा ही उदों है जदों अपने मूल नालों भुलदा है, जदों अपनी जड़ नालों टुटदा है, जदों अपने असले नालों टुटदा है, उदों इहदे भटकना शुरू हो जाती है। यह पदार्थ के मोह विच फस जाता है, शरीर तक सीमित हो जाता। पर जिहड़ा मनुख गुरु चरनां दे विच आ जाए, आके अपने मूल नूं पछाण लवे, बिरती आत्मक जिहड़ी आ ਉਹਦੀ जीवन वाली फिर बन जाती है। कहते वह भी संसार च रहिंदा है, पर वह समझदा भी देही नूं पाउण दा कोई मकसद है। ये शरीर जिहड़ा परमात्मा ने दिता है, गुरु कोल आके इहदे मकसद नूं समझण भी लग पैंदा है, और इहदे मकसद नूं पूरा करन वास्ते फिर वह जिहड़ा है यतन भी करन लग पैंदा है। ते वह कहंदा भी जे इहदा मकसद पूरा ना होया, फिर यह शरीर धारण दा फायदा की है। ते मकसद तो सतगुरु सानू, फिर मैं बेनती करना कि नितनेम दीयां बाणियां बड़ियां सोच समझ के महाराज ने बख्शियां ने। इहदे विच मकसद ही रोज याद कराया जाता है, ते हर रोज संध्या वेले भी पातशाह याद कराउंदे आ, भाई इस मनुखा जीवन का मकसद यह है, गोबिंद मिलन की है तेरी बरिया। भाई प्राप्त मानक दे होरिया, गोबिंद मिलन की है तेरी बरिया। इहदा मकसद है परमात्मा नूं मिलना, परमेश्वर नूं मिलने का मकसद है। आत्मिक जीवन नूं नहीं पहचानिया, जिस नूं अपने मूल की सोझी सी, वो केवल उन्होंने अपने आत्मिक जीवन नूं पछाण लिया। जिन्हां ने नहीं पछाणिया, महाराज साहब कहंदे वो तां केवल पदार्थवादी युग विच संसार विच जिहड़ा जीवन जिउंदा है, अध्यात्मकवादी नहीं बनदा। उहनूं ये नहीं पता लगदा कि अज पातशाह ने जिहड़ी सानूं विचार बख्शिश कीती है कि गुरु साहब हर रोज जिहड़ा होका दे रहे आ, हर रोज जिहड़ा सानूं कोल बिठा के समझा रहे आ, इहदे विच मेरा किड्डा वड्डा भला होएगा। पदार्थां विच जिउण वाला, संसार दे आसरे जिउण वाला नहीं समझदा। सतगुरु जी ने देही दे नाल असल जिहड़ा मकसद है, उस असल मकसद वाल इशारा कीता है। महाराज कहंदे जे असल मकसद बंदे कोल नहीं ना, जां जे वो भुल गया, अपने असल मकसद नूं भुल गया, अपने मूल नूं भुल गया, फिर ओदा जीवन तो यह है भाई, अत सुंदर कुलीन चतर मुख ज्ञानी धनवंत, मृतक कहिए नानका जय प्रीत नहीं भगवंत। जे ओदी रब नाल प्रीत नहीं है, परमेश्वर नाल प्रीत नहीं है, जिन्ना मर्जी वो सोहना होवे, अत सुंदर कुलीन उच्ची कुल च पैदा होया होवे, चतुर सियाणा भी होवे, मुख ज्ञानी इन्ना सियाणा, मुख तो ज्ञान दियां गल्लां, ज्ञान भी इन्ना, 4 वेद 6 शास्त्र 18 पुराण 27 सिमरतियां 52 उपनिषद 1 गायत्री मंत्र, ये सारियां दा ज्ञान होवे। धनवंत, माया इन्नी भावें ओदी लंका भी सोने दी क्यों ना होवे, इन्ना कुछ होवे, इन्ना कुछ पाउण वाले कोल मृतक कहिए नानका जय प्रीत नहीं भगवंत। महाराज साहब कहंदे आ, ओ जिउंदे जी जिहड़ा है मृतक मन्निया जाएगा, जिहदी जे मनुखा जीवन धार के कोई अपने असल नालों टुट गया, परमात्मा नालों टुट गया, अपने मूल नालों टुट गया, तुरदी फिरदी लाश है, इस तो वध के कुछ भी नहीं है। मारे कहते तो अपनी लाश नूं आप ही अपने मोढियां ते चकी फिरदा है, जिहदे कोले रब्बी याद नहीं है। ते पातशाह दा एक बचन हो रहा है, पशु प्रेत मुग्ध ते बुरी, कौन तिसै ना बुझै जिन ए श्री, जिने सिरजनहार परमात्मा नूं भुला दिता, वो पशुआं नालों प्रेतां नालों मुग्ध मूर्खां नालों भी वो मनुख बुरा है।
ਜਿਹਨੂੰ ਇਹ ਯਾਦ ਹੀ ਨਹੀਂ ਰਿਹਾ ਕਿ ਜਿਸ परमात्मा ने ਮੈਨੂੰ ਆ ਮਨੁੱਖਾ ਜੀਵਨ ਦਿੱਤਾ ਮੈਂ ਉਹਦਾ ਸ਼ੁਕਰਾਨਾ ਵੀ ਕਰਨਾ ਸੀ। ਜਿਹਨੂੰ ਰੱਬ ਦਾ ਸ਼ੁਕਰਾਨਾ ਭੁੱਲ ਗਿਆ, ਰੱਬ ਦਾ ਧੰਨਵਾਦ ਭੁੱਲ ਗਿਆ, ਆ ਰੱਬੀ ਬਾਣੀ ਦੇ ਫੈਸਲਿਆ ਸਤਿਗੁਰੂ ਕਹਿੰਦੇ ਆ ਪਸ਼ੂ ਪ੍ਰੇਤ ਮੁਗਧ ਤੇ ਬੁਰੀ, ਸਾਰਿਆਂ ਨਾਲੋਂ ਬੁਰਾ ਉਹ ਜੀਵ। ਜੇ ਮਨੁੱਖ ਇਹ ਨਹੀਂ ਸਮਝਦਾ ਕਿ ਜਿਹਨੇ ਸਰੀਰ ਦਿੱਤਾ ਮੈਂ ਉਹਦਾ ਧੰਨਵਾਦ ਕਰਨਾ, ਤੇ ਮਹਾਰਾਜ ਸਾਹਿਬ ਨੇ ਇਸੇ ਆਨੰਦ ਸਾਹਿਬ ਦੀ ਬਾਣੀ ਚ, ਚਲੋ ਅੱਗੇ ਚੱਲ ਕੇ ਬਚਨ ਆਉਣੇ ਆ, ਤੇ ਪੁੱਛਿਆ ਇਹ ਸ਼ਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। परमात्मा ने ਇਹ ਜੋਤ ਰੱਖੀ ਤਾਂ ਹੀ ਤਾਂ ਤੂੰ ਦੁਨੀਆ ਚ ਆਇਆ ਨਾ। ਜਿੱਦੇ ਉਹਨੇ ਜੋਤ ਕੱਢ ਲਈ ਰਹਿ ਕੀ ਜਾਣਾ। ਜਿੰਨਾ ਚਿਰ ਇਹ ਦੀਵਾ ਅੰਦਰ ਜਗ ਰਿਹਾ ਹੈ, ਜਿੰਨਾ ਚਿਰ ਪਿੱਛੋਂ ਇਹ ਲਾਈਟ ਆ ਰਹੀ ਹੈ, ਜੋਤ ਆ ਰਹੀ ਹੈ, परमात्मा ਦੀ ਕਲਾ ਜਿੱਤ ਕਰ ਧਾਰੀ ਆ, ਉਹਦੀ ਕਲਾ, ਉਹਦੀ ਤਾਕਤ, ਉਹਦੀ ਸ਼ਕਤੀ ਅੰਦਰ ਵਰਤ ਰਹੀ ਆ, ਤਾਂ ਅਸੀਂ ਤੁਰੇ ਫਿਰਦੇ ਆ। ਜਿੱਦੇ ਉਹਦੀ ਜੋਤ, ਜਿੱਦੇ ਇਹ ਜੀਵ ਆਤਮਾ ਨੇ ਛੱਡ ਕੇ ਜਾਣਾ, ਮਿੱਟੀ ਦਾ ਢੇਰ ਰਹਿ ਜਾਏਗਾ, ਕੁਛ ਵੀ ਨਹੀਂ। ਮਹਾਰਾਜ ਸਾਹਿਬ ਕਹਿੰਦੇ ਆ ਇਸ ਦੇਹੀ ਨੂੰ ਬਣਾਉਣ ਵਾਲੇ ਉਸ ਮਾਲਕ ਦਾ ਵੀ ਧੰਨਵਾਦ ਕਰਿਆ ਕਰੋ। ਸਤਿਗੁਰੂ ਪਾਤਸ਼ਾਹ ਨੇ ਇੱਕ ਬਚਨ ਹੋਰ ਬੜਾ ਪਿਆਰਾ ਕਿਹਾ, ਭਲ ਕੇ ਉੱਠ ਪਪੋਲੀਐ ਵਿਣ ਬੁਝੇ ਮੁਗਧ ਅਜਾਣ, ਸੋ ਪ੍ਰਭ ਚੇਤਨਾ ਆਇਓ ਛੁਟੈਗੀ ਬੇਬਾਨ। ਭਾਈ ਸਵੇਰੇ ਉੱਠ ਕੇ ਤੂੰ ਆਪਣੇ ਸਰੀਰ ਨੂੰ ਲਿਪਾ ਪੋਚੀ ਕਰਨ ਲੱਗ ਪੈਣਾ, ਇਹਨੂੰ ਪਲੋਸਣ ਲੱਗ ਪੈਣਾ, ਇਹਨੂੰ ਸ਼ੀਸ਼ਿਆਂ ਅੱਗੇ ਖੜ ਕੇ ਸਵਾਰਨ ਲੱਗ ਪੈਣਾ, ਉਹ ਤੈਨੂੰ ਚੇਤੇ ਨਹੀਂ ਆਉਂਦਾ ਜਿਹਨੇ ਇੰਨਾ ਸੋਹਣਾ ਸਰੀਰ ਬਖਸ਼ਿਆ। ਤੂੰ ਸਾਰਾ ਦਿਨ ਇਸ ਸਰੀਰ ਦੇ ਆਲੇ ਦੁਆਲੇ ਘੁੰਮੀ ਜਾਂਦਾ, ਇਹਨੂੰ ਆ ਨਾ ਹੋ ਜਾਏ, ਇਹਨੂੰ ਉਹ ਨਾ, ਡਰਦਾ ਹੀ ਟੈਸਟ ਕਰਾਈ ਜਾਂਦਾ ਕੋਈ ਬਿਮਾਰੀ ਨਾ ਲੱਗ ਜਾਏ। ਮੈਂ ਆ ਨਹੀਂ ਖਾਣਾ ਮੇਰਾ ਆ ਹੋ ਜਾਏਗਾ, ਮੈਂ ਉਹ ਨਹੀਂ ਖਾਣਾ ਮੇਰਾ ਆ ਹੋ ਜਾਏਗਾ। ਸਤਿਗੁਰੂ ਕਹਿੰਦੇ ਆ ਜਿਹਨੇ ਤੈਨੂੰ ਇਹ ਸਰੀਰ ਦਿੱਤਾ, ਜਿਹਨੇ ਤੈਨੂੰ ਇੰਨੀ ਅੱਗ ਵਿੱਚ ਵੀ ਸੇਕ ਨਹੀਂ ਲੱਗਣ ਦਿੱਤਾ, 70% ਬਾਡੀ 'ਚ ਪਾਣੀ ਹੈ, ਤੁਸੀਂ ਅੱਜ 2-4 ਘੰਟੇ ਪਾਣੀ ਦੇ ਵਿੱਚ ਆਪਣੇ ਅੰਗ ਪੈਰ ਡੁਬੋ ਕੇ ਬੈਠ ਜਾਣਾ, ਉੱਤੋਂ ਚਮੜੀ ਲੈਣ ਲੱਗ ਪੈਂਦੀ ਹੈ। ਜਿਹਨੇ ਮਾਂ ਦੇ ਕੁੱਖ 'ਚ ਇੰਨੇ ਪਾਣੀ 'ਚ ਵੀ ਤੈਨੂੰ ਪਾਣੀ ਦਾ ਕੋਈ ਉਹਦੇ ਤੇ ਬੁਰਾ ਅਸਰ ਨਹੀਂ ਆਉਣ ਦਿੱਤਾ। ਤੂੰ ਜਿਵੇਂ ਅੰਦਰ ਉਹਦੇ ਨਾਲ ਜੁੜਿਆ ਸੀ, ਬਾਹਰ ਨਿਕਲ ਕੇ ਵੀ ਉਹਦੇ ਨਾਲ ਉਵੇਂ ਜੁੜ ਜਾ, ਤੇ ਸੰਸਾਰ 'ਚ ਰਹਿੰਦਿਆਂ ਵੀ ਤੇਰਾ ਵਾਲ ਨਹੀਂ ਵਿੰਗਾ ਹੋਣ ਦੇਗਾ। ਤੇਰੇ ਤਨ ਨੂੰ ਵੀ ਸੰਭਾਲ ਲਏਗਾ, ਤੇਰੇ ਮਨ ਨੂੰ ਵੀ ਸੰਭਾਲ ਲਏਗਾ, ਤੇਰੇ ਅੰਤਰ ਆਤਮੇ ਨੂੰ ਵੀ ਸੰਭਾਲ ਲਏਗਾ, ਤੈਨੂੰ ਜਿਉਂਦੇ ਜੀ ਉਸ ਪਰਮਾਤਮਾ ਨਾਲ ਤੇਰੀ ਸਾਂਝ ਬਣਾ ਲਏਗਾ। ਇਹ ਸ਼ਬਦ ਵਿੱਚ ਇੰਨੀ ਵੱਡੀ ਤਾਕਤ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਆ ਇਹ ਜਿਹਨੇ ਸਰੀਰ ਦਿੱਤਾ ਭਾਈ, ਜਿਹੜੇ ਮਕਸਦ ਲਈ ਇਹ ਦੇਹੀ ਮਿਲੀ ਹੈ, ਇਸ ਗੱਲ ਨੂੰ ਸਮਝ। ਇੱਕ ਬਚਨ ਮਹਾਰਾਜ ਸਾਹਿਬ ਨੇ ਹੋਰ ਕਿਹਾ, ਜਿਹੜੇ ਇਕੱਲੇ ਸਰੀਰ ਦੇ, ਕਿਉਂਕਿ ਗੱਲ ਅੱਜ ਦੇਹੀ ਦੀ ਹੈ, ਸਾਚੀ ਲਵੈ ਬਿਨ ਦੇਹ ਨਿਮਾਣੀ, ਸ਼ਬਦ ਬੜੇ ਗਹਿਰ ਗੰਭੀਰ ਨੇ। ਇਹ ਮੈਂ ਪਹਿਲੇ ਦਿਨ ਹੀ ਕਿਹਾ ਸੀ, ਜਿੰਨੀ ਇਹ ਬਾਣੀ ਪੜ੍ਹਨ ਵਿੱਚ, ਗਾਉਣ ਵਿੱਚ ਸੌਖੀ ਸੁਖੈਨ ਲੱਗ ਰਹੀ ਆ, ਤੇ ਜਿਵੇਂ ਜਿਵੇਂ ਦੇ ਆਪਾਂ ਅਰਥਾਂ ਦੀ ਗਹਿਰਾਈ ਵਿੱਚ, ਜਿਵੇਂ ਜਿਵੇਂ ਇਹਦੇ ਵਿੱਚ ਅਸੀਂ ਡੂੰਘੇ ਉਤਰਦੇ ਜਾਣਾ, ਉਵੇਂ ਉਵੇਂ ਸਾਨੂੰ ਸਾਡੇ ਜੀਵਨ ਦੀ ਅਸਲੀ ਤਸਵੀਰ ਜਿਹੜੀ ਹੈ, ਉਹ ਗੁਰੂ ਸਾਹਿਬ ਨੇ ਬਿਲਕੁਲ ਸਾਹਮਣੇ ਉਹ ਨਕਸ਼ਾ ਜਿਹੜਾ ਚਿੱਤਰ ਕੇ ਰੱਖ ਦੇਣਾ। ਭਾਈ ਅਸਲ ਕਹਾਣੀ ਤਾਂ ਆ ਹੈ। ਜਿਵੇਂ ਜਿਵੇਂ ਇਸ ਬਾਣੀ ਨਾਲ ਸਾਡੀ ਅੰਦਰੋਂ ਸਾਂਝ ਬਣਦੀ ਜਾਏਗੀ, ਮਹਾਰਾਜ ਕਹਿੰਦੇ ਆ ਸਰੀਰ, ਜਿਨ੍ਹਾਂ ਨੇ ਇਕੱਲੇ ਸਰੀਰ ਨਾਲ ਹੀ ਵਾਸਤਾ ਪਾਇਆ, ਪਾਵਤ ਰਲੀਆ ਜੋਬਨ ਬਲੀਆ। ਮਹਾਰਾਜ ਕਹਿੰਦੇ ਜਿੰਨਾ ਚਿਰ ਜਵਾਨੀ ਵਿੱਚ ਸਰੀਰਕ ਤਾਕਤ ਮਿਲੀ ਹੋਈ ਹੈ, ਮਨੁੱਖ ਬੇਪਰਵਾਹ ਹੋ ਕੇ ਜਿਹੜੀਆਂ ਉਹ ਮੌਜਾਂ ਮਾਣਦਾ। ਨਾਮ ਬਿਨਾ ਮਾਟੀ ਸੰਗ ਰਲੀਆ, ਜਿਹਦੇ ਕੋਲੇ ਨਾਮ ਨਹੀਂ ਹੈ, ਜਿਹਦੇ ਕੋਲੇ ਰੱਬੀ ਯਾਦ ਨਹੀਂ ਹੈ, ਸਰੀਰ ਆਖਿਰ ਮਿੱਟੀ ਦਾ ਬਣਿਆ ਨਾ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰੇ। ਆਹ ਦੇਖੋ ਬੰਦੇ ਦੀ ਹੋਂਦ ਪਾਇਆ ਕੀ ਹੈ। ਜਿਹੜਾ ਕਹਿੰਦਾ ਨਾ ਮੇਰੇ ਵਰਗਾ ਹੈ ਹੀ ਕੋਈ ਨਹੀਂ, ਉਹਨੂੰ ਆ ਬਚਨ ਯਾਦ ਕਰਾਇਓ ਭਾਈ, ਕਬੀਰਾ ਧੂਰ ਸਕੇਲ ਕੇ ਪੁਰੀਆ ਬਾਂਦੀ ਦੇ। ਉਹਨੂੰ ਆ ਬਚਨ ਪੜ੍ਹ ਕੇ ਸੁਣਾ ਦਿਆ ਕਰੋ ਕਿ ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰਾਖਿਓ ਨਾਓ। ਉਹਨੂੰ ਇਹ ਸੁਣਾ ਦਿਆ, ਜਿਹੜੇ ਮਾਇਆ ਦੇ ਹੰਕਾਰ ਵਿੱਚ ਉੱਡੇ ਤੁਰੇ ਫਿਰਦੇ ਆ, ਉਹਨਾਂ ਨੂੰ ਇਹ ਬਚਨ ਸੁਣਾਇਓ, ਮਾਟੀ ਕੋ ਪੁੱਤਰਾ कैसे नचत है, देखा देखा सुने बोले दौड़ियो फिरत है। ਇਹ ਹੈ ਤਾਂ ਮਿੱਟੀ ਦਾ ਬਣਿਆ ਨਾ। ਜਿੱਦੇ परमात्मा ਦੀ ਜੋਤ ਨਿਕਲ ਗਈ, ਇਸ ਮਿੱਟੀ ਦੇ ਭਾਂਡੇ ਨੇ ਫਿਰ ਮਿੱਟੀ ਬਣ ਜਾਣਾ। तीन संज्ञा कर देही कीनी, जल कुकर बस में ही। चाहे कोई पानी चरोड़े, चाहे कोई कबर च दफनावे, चाहे कोई अगन भेंट करे, बनना तो राख ही है ना। इवें ये शरीर का अंत, नाम बिना माटी संग रलिया। शरीर आखिर मिट्टी नाल मिल जाता है, ते जीव आत्मा नाम तो बिना खाली हाथी रह जाता है, किसी होर जामे च जाना पैंदा है। कर्मां दे आधार ते फिर जामा मिलता है, सजा मिलती है, उत्थे पाप पुण्य दे साखी होए, उहदे आधार ते जिहड़ा लेखा विचारिया जाता है। महाराज कहंदे कान कुंडलिया वस्त्र उड लिया। देखो किड्डे प्यारे बचन ने। महाराज कहंदे मनुख कन्नां विच सोने दियां मुंदरां मुरकियां पावे,
कुंडल पा के सोने सोने कपड़े सोने दे कुंडल कन्ना च पाए होण, कान कुंडलिया ते मारे कहंदे आ वस्त्र उड लिया। ਜਿਹੜੇ ਇਹ ਕੱਪੜੇ ਆ ਇਹ ਤਨ ਤੇ ਪਾਏ ਹੋਣ। ਮੈਂ ਵੀ ਬੇਨਤੀ ਕਰਾਂ, ਕੱਪੜੇ ਵੀ ਧਰਤੀ ਵਿੱਚੋਂ ਮਿੱਟੀ ਚੋਂ ਹੀ ਆਏ ਆ। ਕਪਾਹ ਕਿੱਥੋਂ ਪੈਦਾ ਹੁੰਦੀ ਹੈ? ਰੇਸ਼ਮੀ ਕੱਪੜੇ ਰੇਸ਼ਮ ਦੇ ਕੀੜੇ ਚੋਂ ਨਿਕਲਦੇ ਆ। ਸਾਰਾ ਕੁਝ ਤੁਸੀਂ ਸ਼ੀਸ਼ਾ ਵੇਖੋਗੇ, ਪੱਥਰ ਵੇਖੋਗੇ, ਜੋ ਸਿਸਟਮ ਸਾਡੇ ਆਲੇ ਦੁਆਲੇ, ਲੋਹਾ ਈਵਨ ਸਾਰਾ ਕੁਝ, ਸੋਨਾ ਸਭ ਧਰਤੀ ਦੀ ਕੁੱਖ ਚੋਂ ਨਿਕਲ ਰਿਹਾ। ਤਾਂ ਹੀ ਮਾਰੇ ਕਹਿੰਦੇ ਆ ਧਰਤ ਮਾਤਾ ਧਰਤ ਮਹਤ, ਧਰਤੀ ਮਾਤਾ ਹੈ ਜਿਹਦੇ ਵਿੱਚੋਂ ਸਾਰੀਆਂ ਚੀਜ਼ਾਂ ਨੂੰ ਜਨਮ ਮਿਲਿਆ, ਉਹ ਮਾਂ ਹੈ ਧਰਤੀ। ਜੋ ਉਪਜਿਓ, ਫਿਰ ਇਹ ਵੀ ਕਹਿ ਦਿੱਤਾ ਜੋ ਉਪਜਿਓ ਸੋ ਬਿਨਸ ਹੈ। ਜਿਹੜਾ ਕੁਝ ਪੈਦਾ ਹੋਇਆ ਉਹਨੇ ਬਿਨਸਣਾ ਵੀ ਹੈ। ਸਤਿਗੁਰੂ ਕਹਿੰਦੇ ਆ ਕਾਨ ਕੁੰਡਲੀਆ ਵਸਤਰ ਉਡਲੀਆ ਸੇਜ ਸੁਖਲੀਆ ਮਨ ਗਰਬਲੀਆ। ਮਹਾਰਾਜ ਕਹਿੰਦੇ ਆ ਭਾਈ ਸੋਹਣੀਆਂ ਸੇਜਾਂ ਤੇ ਸੁਖ ਮਾਨਣ ਵਾਲਿਆ, ਮਨ ਇੰਨਾ ਹੰਕਾਰੀ ਹੋ ਗਿਆ ਕਿ ਉਸ ਪਰਮਾਤਮਾ ਨੂੰ ਭੁੱਲ ਗਿਆ। ਇਹ ਮਨ ਸੰਸਾਰਕ ਕਲੋਲਾਂ ਵਿੱਚ ਉਸ ਪਰਮਾਤਮਾ ਨੂੰ ਭੁੱਲ ਗਿਆ। ਤਲੇ ਕੁੰਚਰੀਆ ਸਿਰ ਕਣਕ ਛਤਰੀਆ, ਤੇਰੇ ਜੀਵਨ ਦੇ ਹਾਲਾਤ ਐਵੇਂ ਹੋਣ, ਤੇਰੇ ਥੱਲੇ ਸਵਾਰੀ ਕਰਨ ਲਈ ਹਾਥੀ ਹੋਵੇ। ਸਿਰ ਕਣਕ ਛਤਰੀਆ, ਸੋਨੇ ਦੇ ਛਤਰ ਝੂਲਦੇ ਹੋਣ। ਤੇ ਪਰ ਆ ਹੁਣ ਇੱਕ ਗੱਲ ਯਾਦ ਰੱਖਿਓ, ਹਰ ਭਗਤ ਬਿਨਾ ਲੈ ਧਰਨ ਗਡਲੀਆ। ਮਹਾਰਾਜ ਕਹਿੰਦੇ ਰੱਬ ਦੀ ਭਗਤੀ ਤੋਂ ਬਿਨਾ ਸਾਚੀ ਲਵੈ ਬੰਦੇ ਨਿਮਾਣੀ। ਰੱਬ ਦੀ ਭਗਤੀ ਤੋਂ ਬਿਨਾ ਤੇਰੇ ਸਰੀਰ ਨੂੰ ਯਤੀਮਾਂ ਦੀ ਤਰ੍ਹਾਂ ਅਖੀਰ ਧਰਤੀ ਵਿੱਚ ਗੱਡਿਆ ਜਾਣਾ, ਹੋਰ ਇਹਦਾ ਕੁਝ ਵੀ ਨਹੀਂ ਬਣਨਾ। ਇਹ ਦੇਹ ਨਿਮਾਣੀ ਹੈ, ਇਹ ਸਰੀਰ ਮਿੱਟੀ ਦਾ ਹੈ, ਇਹਨੇ ਮਿੱਟੀ ਚ ਪਾ ਸਕਦੇ। ਭਗਤੀ ਤੋਂ ਬਿਨਾ ਧਰਤੀ ਵਿੱਚ ਗੱਡ ਦਿੱਤਾ ਜਾਏਗਾ, ਔਰ ਗੱਡਿਆ ਵੀ ਯਤੀਮਾਂ ਦੀ ਤਰ੍ਹਾਂ। ਜਦ ਜਿਨ੍ਹਾਂ ਰਾਜਿਆਂ ਦੇ ਹਰ ਰੋਜ਼ ਦਰਬਾਰਾਂ ਛਤਰ ਝੂਲਦੇ ਆ, ਚਵਰ ਝੂਲਦੇ ਆ, ਹਾਥੀ ਸਲਾਮੀਆਂ ਦਿੰਦੇ ਆ, ਨਰਸਿੰਗੇ ਵੱਜਦੇ ਆ, ਧੌਂਸੇ ਵੱਜਦੇ ਆ, ਤੇ ਉਹਨਾਂ ਦੇ ਭੇਰੀ ਛੱਡੋ ਰੱਡ ਜਿਹੜੇ ਭੱਟ ਲੋਕ ਨੇ ਉਹਨਾਂ ਦੀ ਉਸਤਤ ਕਰਦੇ ਆ। ਪਰ ਅੱਜ ਕੀ ਹੋਇਆ? ਜਾਏ ਸੁੱਤੇ ਜੀ ਰਾਣ ਮੇਥੀ ਅਤੀਮਾ ਗੱਡ। ਅੱਜ ਅੱਖਾਂ ਮੀਚ ਗਏ, ਜੋਤ ਨਿਕਲ ਗਈ, ਜੀਵ ਆਤਮਾ ਉਡਾਰੀ ਮਾਰ ਗਿਆ। ਉਹਨਾਂ ਨੂੰ ਸਲਾਮੀਆਂ ਦੇਣ ਵਾਲੇ, ਉਹਨਾਂ ਨੂੰ ਨਮਸਕਾਰਾਂ ਕਰਨ ਵਾਲੇ, ਚਵਰ ਛਤਰ ਜਿਹੜੇ ਚਲਾਉਣ ਵਾਲੇ ਯਤੀਮ ਦੀ ਤਰ੍ਹਾਂ ਬਾਬਾ ਫਰੀਦ ਸਾਹਿਬ ਕਹਿੰਦੇ ਕਬਰਸਤਾਨ ਚ ਗੱਡ ਕੇ ਆ ਗਏ। ਤੇ ਹੁਣ ਕੋਈ ਸਲਾਮੀ ਨਹੀਂ ਦੇ ਰਿਹਾ, ਕੋਈ ਚਵਰ ਤੇ ਛਤਰ ਨਹੀਂ ਚਲਾ ਰਿਹਾ, ਕੋਈ ਉਹਨਾਂ ਦੀਆਂ ਉਸਤਤਾਂ ਨਹੀਂ ਗਾ ਰਿਹਾ, ਕਿਉਂਕਿ ਆਇਆ ਗਿਆ ਮੂਆ ਨਾਓ ਪਿੱਛੇ ਪਤਲ ਸਦਿਓ ਕਾਬ। ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ। ਡੂਬਾ ਸੰਸਾਰ, ਬੰਦਾ ਆਇਆ ਗਿਆ, ਇਹਦੇ ਨਾਲ ਇਹਦਾ ਨਾਮ ਵੀ ਚਲਿਆ ਗਿਆ। ਕੋਈ ਨਹੀਂ, 10 ਕੁ ਦਿਨਾਂ ਦੀ ਗੱਲ ਹੁੰਦੀ ਆ, ਬਾਅਦ ਵਿੱਚ ਕੋਈ ਨਹੀਂ ਨਾਂ ਲੈਂਦਾ। ਨਾਮ ਉਹਨਾਂ ਦਾ ਹੀ ਲਿਆ ਜਾਣਾ ਜਿਨ੍ਹਾਂ ਕੋਲੇ ਰੱਬੀ ਨਾਮ ਹੋਏਗਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਸਾਧੂ ਜਨ ਜਿਨ੍ਹਾਂ ਨੇ ਬੰਦਗੀ ਕੀਤੀ, ਜਿਨ੍ਹਾਂ ਨੇ ਇੱਕ ਇੱਕ ਪਲ ਉਸ ਪਰਮਾਤਮਾ ਦੇ ਸਿਮਰਨ ਵਿੱਚ ਬਤੀਤ ਕੀਤਾ, ਉਹਨਾਂ ਨੂੰ ਬਾਅਦ ਵਿੱਚ ਯਾਦ ਕੀਤਾ ਜਾਣਾ। ਇਨਸਾਨ ਨੂੰ ਤਾਂ ਭੋਗ ਪੈਣ ਤੱਕ ਹੀ ਲੋਕ ਭੁੱਲ ਜਾਂਦੇ ਆ। ਜਿਹਨੇ ਕੋਈ ਚੰਗਾ ਕੰਮ ਨਹੀਂ ਕੀਤਾ ਉਹਨੂੰ ਤਾਂ ਬਲ ਕੇ ਮਹਾਰਾਜ ਇਹ ਵੀ ਕਹਿ ਰਿਹਾ ਕਬੀਰ ਸਾਕਤ ਤੇ ਸੂਕਰ ਭਲਾ ਰਾਖੇ ਹਾਛਾ ਗਾਓ। ਜਿਹੜੇ ਸਾਕਤ ਬਿਰਤੀ ਦੇ ਲੋਕ, ਰੱਬੀ ਯਾਦ ਤੋਂ ਬਿਨਾਂ ਜਿਹੜੇ ਆਪਣਾ ਜੀਵਨ ਬਤੀਤ ਕਰ ਰਿਹਾ, ਮਹਾਰਾਜ ਕਹਿੰਦੇ ਜਿੱਦੇ ਤੂੰ ਜਾਣਾ ਕਿਸੇ ਨੇ ਨਾਂ ਨਹੀਂ ਲੈਣਾ। ਤੇਰੇ ਨਾਲੋਂ ਭੈੜੀ ਤੇ ਮਾੜੀ ਜੂਨ ਵਿੱਚ ਰਹਿਣ ਵਾਲਾ ਸੂਰ, ਜਿੱਦੇ ਸੂਰ ਮਰ ਗਿਆ ਉਹਨੂੰ ਵੀ ਲੋਕ ਪੁੱਛਣਗੇ ਵੀ ਸੂਰ ਕਿੱਥੇ ਚਲਿਆ ਗਿਆ, ਆਇਆ ਕਿਉਂ ਨਹੀਂ, ਤੂੰ ਚਲਿਆ ਗਿਆ, ਤੇਰਾ ਨਾਮ ਵੀ ਕਿਸੇ ਨੇ ਨਹੀਂ ਲੈਣਾ। ਰੱਬੀ ਯਾਦ ਤੋਂ ਬਿਨਾ ਕੁਝ ਵੀ ਨਹੀਂ ਹੈ। ਜਿਹਦੀ ਕੀਮਤ ਹੈ ਜਾਂ ਪੈਣੀ ਹੈ ਸਿਰਫ ਆ ਪਰਮਾਤਮਾ ਦੇ ਨਾਮ ਕਰਕੇ ਆ। ਮਹਾਰਾਜ ਕਹਿੰਦੇ ਆ ਅੰਦਰ ਨਿਗਾਹ ਮਾਰ। ਇੱਕ ਤੇਰਾ ਅਧਿਆਤਮਿਕ ਜੀਵਨ ਹੈ, ਇੱਕ ਤੇਰਾ ਪਦਾਰਥਵਾਦੀ ਜੀਵਨ ਹੈ। ਇੱਕ ਬੇਨਤੀ ਸਤਿਗੁਰੂ ਕਹਿੰਦੇ ਆ ਪਦਾਰਥਾਂ ਵਿੱਚ ਤਾਂ ਹਰ ਚੀਜ਼ ਜਿਹੜੀ ਆ ਉਹ ਮੁੱਲ ਮਿਲ ਜਾਂਦੀ ਹੈ। ਪਦਾਰਥ ਕਿਸੇ ਨੇ ਕੋਈ ਵੀ ਲੈਣਾ, ਸਮਰੱਥਾ ਹੋਣੀ ਚਾਹੀਦੀ ਆ, ਜੋ ਮਰਜ਼ੀ ਖਰੀਦ ਲੈ। ਜਿਨ੍ਹਾਂ ਕੋਲੇ ਜਿੰਨੀ ਸਮਰੱਥਾ ਉਹਨਾਂ ਨੇ ਉਹੋ ਜਿਹੇ ਪਦਾਰਥ ਖਰੀਦ ਲਏ। ਪਰ ਬੰਦਾ ਇਹੀ ਸੋਚਦਾ ਵੀ ਮੈਂ ਬਾਹਰੋਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਖਰੀਦ ਕੇ ਮਾਲਕ ਦੇ ਚਰਨਾਂ ਵਿੱਚ ਭੇਟ ਕਰਕੇ ਸ਼ਾਇਦ ਇਹਦੇ ਨਾਲ ਮਾਲਕ ਖੁਸ਼ ਹੋ ਕੇ ਚਰਨਾਂ ਵਿੱਚ ਮੇਰੀ ਥਾਂ ਬਣਾ ਲਵੇ, ਮੈਨੂੰ ਆਪਣਾ ਸ਼ਬਦ ਦੇ ਦੇ, ਮੈਨੂੰ ਆਪਣਾ ਨਾਮ ਦੇ ਦੇ। ਪਰਮਾਤਮਾ ਦੇ ਚਰਨਾਂ ਨਾਲ ਮੈਂ ਕੋਈ ਬਾਹਰੋਂ ਕੀਮਤੀ ਚੀਜ਼ ਭੇਟਾ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਥਾਂ ਬਣਾ ਲਵਾਂ, ਜਾਂ ਮੇਰੀ ਕੋਈ ਅਵਸਥਾ ਐਵੇਂ ਦੀ ਬਣ ਜਾਏ ਕਿ ਬਾਹਰਲੀਆਂ ਚੀਜ਼ਾਂ ਦੇ ਨਾਲ ਮੈਨੂੰ ਪਰਮਾਰਥ ਮਿਲ ਜਾਏ, ਪਦਾਰਥ ਦੇ ਕੇ ਪਰਮਾਰਥ ਮਿਲ ਜਾਏ। ਸਤਿਗੁਰੂ ਕਹਿੰਦੇ ਐਵੇਂ ਨਹੀਂ ਹੋਣਾ। ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਡੱਲੇ ਚੌਧਰੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਿਹਾ ਸੀ ਸਤਿਗੁਰੂ ਮੈਂ ਇੰਨੀ ਸੇਵਾ ਕੀਤੀ ਹੈ, ਹੋਰ ਦੱਸੋ ਜਿੰਨੇ ਪਦਾਰਥ ਚਾਹੀਦੇ ਆ ਦੇ ਦਿਆਂਗਾ, ਜਿੰਨੀ ਮਾਇਆ ਚਾਹੀਦੀ ਆ ਦੇ ਦਿਆਂਗਾ,
ਮਰ ਮੈਨੂੰ ਪੀੜੀ ਜਿੰਨੀ ਥਾਂ ਸੱਚਖੰਡ ਵਿੱਚ ਦੇ ਦਿਓ। ਸਤਿਗੁਰੂ ਕਹਿੰਦੇ ਡੱਲਿਆ, ਇਹ ਪਦਾਰਥਾਂ ਨਾਲ ਸੱਚਖੰਡ ਵਿੱਚ ਥਾਵਾਂ ਨਹੀਂ ਮਿਲਦੀਆਂ, ਪਦਾਰਥਾਂ ਨਾਲ ਦਰਗਾਹ ਵਿੱਚ ਥਾਵਾਂ ਨਹੀਂ ਮਿਲਦੀਆਂ। ਉੱਥੇ ਤਾਂ ਥਾਂ ਲੈਣ ਦਾ ਇੱਕੋ ਇੱਕ ਤਰੀਕਾ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ। ਜਿੰਨਾ ਚਿਰ ਇਹ ਦੇਹ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਟਿਕਦਾ, ਅੰਦਰਲਾ ਜੀਵਨ ਉਹਦੇ ਰੰਗ ਵਿੱਚ ਰਤਿਆ ਨਹੀਂ ਜਾਂਦਾ, ਉਨੀ ਦੇਰ ਤੱਕ ਦਰਗਾਹ ਵਿੱਚ ਥਾਂ ਨਹੀਂ ਮਿਲਦੀ। ਪਦਾਰਥ ਜਿੰਨੇ ਮਰਜ਼ੀ ਲਿਆ, ਪਦਾਰਥਾਂ ਨਾਲ ਪਰਮਾਰਥ ਨਹੀਂ ਖਰੀਦਿਆ ਜਾਂਦਾ। ਪਦਾਰਥ ਖਰੀਦ ਸਕਦਾ, ਪਰਮਾਰਥ ਨਹੀਂ ਖਰੀਦਿਆ ਜਾਣਾ। ਇੱਥੇ ਤਾਂ ਹੋਏ ਨਿਮਾਣੀ ਟਹਿ ਪਵਾਂ ਪੂਰੇ ਸਤਿਗੁਰ ਪਾ। ਇੱਥੇ ਤਾਂ ਅਰਦਾਸ ਕਰਨੀ ਪਏਗੀ ਸਾਨੂੰ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਇੱਥੇ ਤਾਂ ਅਰਦਾਸ ਕਰਨੀ ਪਏਗੀ, ਲੇਖਿਆ ਕਤੈ ਨਾ ਛੁਟਿਐ, ਖਿਨ ਖਿਨ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਇੱਥੇ ਤਾਂ ਅਰਦਾਸ ਕਰਨੀ ਪਏਗੀ, ਜਿਉਂ ਭਾਵੈ ਤਿਉਂ ਰੱਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਇੱਥੇ ਭਾਈ ਪਦਾਰਥਾਂ ਦੇ ਕੇ ਪਰਮਾਰਥ ਨਹੀਂ ਮਿਲਦਾ, ਇੱਥੇ ਤਾਂ ਅਰਦਾਸ ਕਰਨੀ ਪੈਂਦੀ ਹੈ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ, ਅਬ ਹਮ ਚਲੀ ਠਾਕੁਰ ਪਹਿਹਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਇੱਥੇ ਤਾਂ ਅਰਦਾਸਾਂ ਨਾਲ ਸਾਂਝਾਂ ਬਣਦੀਆਂ ਨੇ, ਪਦਾਰਥ ਦੇ ਕੇ ਅਧਿਆਤਮਿਕ ਸਾਂਝ ਨਹੀਂ ਬਣਦੀ। ਤੋ ਪਾਤਸ਼ਾਹ ਕਹਿੰਦੇ ਆ ਕਿ ਇੱਥੇ ਤਾਂ ਗੁਰ ਪ੍ਰਸਾਦ ਵਰਤੇਗੀ ਤਾਂ ਕਿਰਪਾ ਹੋਣੀ ਹੈ। ਗੁਰ ਪ੍ਰਸਾਦ ਤੋਂ ਬਿਨਾਂ ਇੱਕ ਓੰਕਾਰ ਨੇ ਨਹੀਂ ਮਿਲਣਾ, ਗੁਰ ਪ੍ਰਸਾਦ ਤੋਂ ਬਿਨਾਂ ਪਰਮਾਤਮਾ ਨਹੀਂ ਮਿਲਣਾ। ਜੇ ਪਦਾਰਥਾਂ ਨਾਲ ਹੀ ਰੱਬ ਨੇ ਮਿਲਣਾ ਹੁੰਦਾ ਤੇ ਰਾਵਣ ਨੇ ਜੇ ਕਾਲ ਪਾਵੇ ਨਾਲ ਬੰਨ ਕੇ ਰੱਖਿਆ ਸੀ, ਉਹਨੇ ਰੱਬ ਵੀ ਘਰ ਵਿੱਚ ਰੱਖ ਲੈਣਾ ਸੀ ਤੇ ਉੱਥੇ ਪ੍ਰਹਿਲਾਦ ਵਰਗਿਆਂ ਦੀ ਵਾਰੀ ਨਹੀਂ ਸੀ ਆਉਣੀ। ਫਿਰ ਰੱਬ ਨੇ ਭਗਵਾਨ ਰਾਮਚੰਦਰ ਦੇ ਘਰ ਨਹੀਂ ਸੀ ਜਾਣਾ, ਫਿਰ ਰੱਬ ਨੇ ਕਿਸੇ ਕਬੀਰ ਦੇ ਘਰ ਨਹੀਂ ਸੀ ਜਾਣਾ, ਫਿਰ ਰੱਬ ਨੇ ਭਗਤ ਨਾਮਦੇਵ ਕੋਲ ਕਦੋਂ ਜਾਣਾ ਸੀ, ਜੇ ਪੈਸੇ ਵਾਲਿਆਂ ਨਾਲ ਹੀ ਉਹਨਾਂ ਕੋਲ ਹੀ ਰੱਬ ਨੇ ਰਹਿਣਾ ਹੁੰਦਾ। ਫਿਰ ਭਗਵਾਨ ਕ੍ਰਿਸ਼ਨ ਦੁਰਯੋਧਨ ਦੇ ਘਰੋਂ ਨਿਕਲ ਕੇ ਵਿਦਰ ਦੇ ਘਰ ਕਦੇ ਨਹੀਂ ਸੀ ਜਾਂਦੇ, ਜੇ ਕੱਲਾ ਰੱਬ ਪਦਾਰਥਾਂ ਤੇ ਰੀਝਦਾ ਹੁੰਦਾ। ਫਿਰ ਗੁਰੂ ਨਾਨਕ ਸਾਹਿਬ ਮਲਕ ਭਾਗੋ ਤੇ ਜਾ ਕੇ ਬੈਠਦੇ, ਲਾਲੋ ਤੇ ਥੋੜਾ ਜਾਣਾ ਸੀ ਉਹਨਾਂ ਨੇ। ਇੱਥੇ ਤਾਂ ਭਾਈ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਦਰ ਧਰੈ, ਇਹਨੂੰ ਗਰੀਬ ਨਵਾਜ ਕਿਹਾ ਜਾਂਦਾ ਹੈ। ਕੋਈ ਵੀ ਅਮੀਰ ਅੰਦਰੋਂ ਗਰੀਬ, ਗਰੀਬੀ ਅੰਦਰ ਦੀ ਹੈ, ਨਿਮਰਤਾ, ਸਮਰਪਣਤਾ, ਪ੍ਰੇਮ ਭਾਵਨਾ, ਹੰਕਾਰ ਤੋਂ ਬਿਨਾਂ ਜਿਹਦਾ ਜੀਵਨ ਹੋਏਗਾ, ਬਾਹਰ ਜਿੰਨੇ ਮਰਜ਼ੀ ਪਦਾਰਥਾਂ ਦਾ ਮਾਲਕ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਉਹਨੂੰ ਵੀ ਗੱਲ ਲਾਉਣਗੇ। ਅੱਜ ਪਾਤਸ਼ਾਹ ਨੇ ਬੜੇ ਪਿਆਰੇ ਸ਼ਬਦ ਸਮਝਾਇਆ, ਜਿਵੇਂ ਕੱਲ ਸਤਿਗੁਰਾਂ ਨੇ ਕਿਹਾ ਸੀ, ਜਿਨ੍ਹਾਂ ਕੋਲੇ ਸਾਚਾ ਨਾਮ ਮੇਰਾ ਆਧਾਰੋ, ਜਿਨ੍ਹਾਂ ਨੇ ਜੀਵਨ ਵਿੱਚ ਨਾਮ ਨੂੰ ਆਧਾਰ ਬਣਾ ਲਿਆ, ਉਹਨਾਂ ਦੇ ਜੀਵਨ ਵਿੱਚ ਫਿਰ ਵਾਜੇ ਪੰਜ ਸ਼ਬਦ ਤੇ ਘਰ ਸੁਭਾਗਾ। ਉਹਨਾਂ ਦੇ ਹਿਰਦੇ ਘਰ ਵਿੱਚ ਵਾਜੇ ਪੰਜ ਤਰ੍ਹਾਂ ਦੇ ਜਿਹੜੇ ਆ ਉਹ ਸ਼ਬਦ, ਜਿਹੜੇ ਵਾਜੇ ਆ ਉਹ ਵੱਜੇ, ਉਹਨਾਂ ਚੋਂ ਜਿਹੜਾ ਇੱਕ ਸ਼ਬਦ ਨਿਕਲਿਆ, ਇੰਨਾ ਆਨੰਦ ਉਹਨਾਂ ਦੇ ਜੀਵਨ ਵਿੱਚ ਵਰਤ ਗਿਆ। ਸਤਿਗੁਰੂ ਕਹਿੰਦੇ ਆ ਉਹਨਾਂ ਸ਼ਬਦ ਦੀ ਰੋਸ਼ਨੀ ਨਾਲ ਇਹ ਵਾਜੇ ਜਿਹੜੇ ਉਹਨਾਂ ਨੂੰ ਸੁਣਾਈ ਦੇਣ ਲੱਗ। ਸਤਿਗੁਰ ਸ਼ਬਦ ਉਜ਼ਾਰੋ ਦੀਪਾ, ਬਿਨ ਸੋ ਅੰਧਕਾਰ ਤਹਿ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਦੋਂ ਘਰ 'ਚ ਹਨੇਰਾ ਹੋਵੇ ਨਾ, ਉਦੋਂ ਕੁਛ ਨਹੀਂ ਨਜ਼ਰ ਆਉਂਦਾ, ਚਾਹੇ ਘਰ ਵਿੱਚ ਹੀ ਪਿਆ ਹੁੰਦਾ ਸਾਰਾ ਕੁਝ ਸਮਾਨ। ਕੋਈ ਲਾਈਟ ਆਉਣ ਨਾਲ ਬਾਹਰੋਂ ਥੋੜੀ ਆ ਜਾਂਦਾ, ਪਿਆ ਤਾਂ ਘਰ 'ਚ ਹੀ ਹੁੰਦਾ, ਪਰ ਹਨੇਰਾ ਨਜ਼ਰ ਨਹੀਂ ਆਉਣ ਦਿੰਦਾ। ਬਲਕਿ ਬੰਦਾ ਲੱਭਣ ਦਾ ਯਤਨ ਕਰਦਾ, ਠੋਕਰ ਵੱਜਦੀ ਆ, ਸੱਟ ਵੱਜਦੀ ਆ, ਹੋਰ ਤਕਲੀਫ ਹੁੰਦੀ ਹੈ। ਬਿੰਦ ਝੱਟ ਲਈ ਹਨੇਰਾ ਆਉਂਦਾ ਤੇ ਜੀਵਨ 'ਚ ਵੀ ਹਨੇਰਾ ਪਸਰ ਜਾਂਦਾ ਹੈ, ਤੇ ਉਹ ਥੋੜੇ ਜਿਹੇ ਸਮੇਂ ਦਾ ਹਨੇਰਾ ਜਿਹੜਾ ਹੈ ਬੜਾ ਦੁਖਦਾਈ ਬਣ ਜਾਂਦਾ ਹੈ, ਤੇ ਹਨੇਰਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਜਦੋਂ ਚਾਨਣ ਹੋ ਗਿਆ, ਜਦੋਂ ਪ੍ਰਕਾਸ਼ ਹੋਇਆ, ਲਾਈਟ ਆਈ, ਦੀਵਾ ਬਾਲਿਆ, ਸਾਰਾ ਕੁਝ ਹੀ ਨਜ਼ਰ ਆ ਗਿਆ ਜਿਹੜਾ ਘਰ 'ਚ ਪਿਆ ਸੀ ਉੱਥੇ ਹੀ, ਪਰ ਹਨੇਰਾ ਨਜ਼ਰ ਨਹੀਂ ਸੀ ਆਉਣ ਦਿੰਦਾ, ਅੰਦਰ ਹੀ ਪਿਆ ਸਾਰਾ ਕੁਝ। ਮਹਾਰਾਜ ਨੇ ਕਿਹਾ ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਪਰ ਹਨੇਰਾ ਬਹੁਤ ਅੰਦਰ, ਮੋਹ ਮਾਇਆ ਮਮਤਾ ਦਾ ਤਮ ਸੰਸਾਰ, ਜਿਹੜਾ ਸੰਸਾਰ 'ਚ ਅਗਿਆਨਤਾ ਦਾ ਹਨੇਰਾ, ਉਹ ਵੀ ਸਾਡੇ ਅੰਦਰ ਹੈ। ਤੇ ਅੰਦਰਲਾ ਹਨੇਰਾ, ਅੰਦਰ ਪਏ ਹੋਏ ਐਡੇ ਕੀਮਤੀ ਪਦਾਰਥਾਂ ਨੂੰ, ਕੀਮਤੀ ਚੀਜ਼ਾਂ ਨੂੰ ਨਜ਼ਰ ਨਹੀਂ ਆਉਣ ਦਿੰਦਾ। ਫਿਰ ਗੁਰੂ ਨੇ ਤਰਸ ਕੀਤਾ, ਸਤਿਗੁਰ ਸ਼ਬਦ ਉਜਾਰੋ ਦੀਪਾ। ਗੁਰੂ ਨੇ ਸ਼ਬਦ ਦਾ ਦੀਵਾ ਜਦੋਂ ਅੰਦਰ ਬਾਲਿਆ, ਕਹਿੰਦੇ ਨੇ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਜਦੋਂ ਇਹ ਦੀਵਾ ਬਲਿਆ, ਰਤਨ ਕੋਠੜੀ ਖੁੱਲੀ ਅਨੂਪਾ, ਉਹ ਅੰਧਕਾਰ ਜਿਹੜਾ ਹਨੇਰਾ ਵਿਨਸ ਗਿਆ, ਖਤਮ ਹੋ ਗਿਆ, ਤੇ ਅੰਦਰ ਰਤਨ ਪਏ ਹੋਏ ਕੀਮਤੀ ਗੁਣ, ਦੇਵੀ ਗੁਣ, ਪਰਮਾਤਮਾ ਦੇ ਟਿਕਾਏ ਹੋਏ, ਸਾਰਾ ਕੁਝ ਹੀ ਨਜ਼ਰ ਆ ਗਿਆ।
जिदे अंदर चानण होना है, बाहरों कुछ भी नहीं होना, अंदर ही पिया है। गुरबाणी इस जग में चानण, जिदे गुरबाणी का चानण होएगा ना अंदर, अंदरों ही सारा कुछ ये चश्मे बन के फुट पैने आ, अंदरों ही सारा कुछ परमात्मा ने दर्शन करा देने आ। बिन शब्द है अंतर आनेरा, ना वस्त्र है ना चुकै फेरा। महाराज साहब कहते अंधियारे दीपक चाहिए, एक वस्त अगोचर लई है, वस्त अगोचर पाई घट दीपक रहा समाई। अंदर चानण होना है ते हनेरा बिन सजाना है ते सब कुछ नजर आ जाना है। अंदर चानण होना कदों है, जदों अंदर शब्द वस गया। वाजे पंच शब्द ते घर सुभागे वाली जदों खेड वरत गई, शब्द विच जुड़ना ही असल विच लिव लाउणा है। जिन्हों अज मारे कहते आ साची लिवै बिंदे निमाणी। जदों हनेरा हुंदा है, असल वस्तु भी हथ विच नहीं आउंदी, हथ विच आई भी कई बार निकल जा, बंदा कोल दी हनेरे विच निकल जाता है। हनेरा बड़ा खतरनाक है, इसे करके इंसान जिहड़ा है हनेरे तो डरदा भी बहुत है। हनेरे च कोई छेती मजबूरी च किते जाना पैजे पैजे, नहीं तो कहना दिन चढ़े करांगे काम, कल दिन चढ़ेगा फिर देखांगे। हनेरा खतरनाक है, हनेरे च ठोकरां ने, हनेरे च अपने पराए दा नहीं पता लगदा, हनेरे दे विच राहां दा नहीं पता लगदा। हनेरा चार चुफेरी भटकाउंदा है ते जिन्हां दे जीवन च हनेरा होएगा। ताई महाराज भाई गुरदास साहब ने कहा सतगुरु नानक प्रगटिया, की होया फिर मिट्टी धुंध जग चन। उन्होंने हनेरे तो भी अगली गल कर दी, धुंध मिट्टी है उदों ते धुंध असीं हुण सर्दी विचों निकले आ। धुंध वेखिए तुसीं किड्डी खतरनाक, उत्थे लाइटां भी काम नहीं करदियां। हनेरे तां लाइटां काम कर जांदियां ना, रात नूं गड्डियां दीयां लाइटां दूर तक नजर दिखा दिंदियां ने, नजर पैंदी है। पर धुंध विच जिन्नियां मर्जी लाइटां, सर्च लाइटां कोई मर्जी ला लो, कोई लाइट का असर नहीं। जिन्ना चिर सूरज नहीं निकलदा धुंध खैड़ा नहीं छड्डदी। जिन्ने एक्सीडेंट धुंध च हुंदे उन्ने आम दिनां च नहीं हुंदे। ते मारे कहंदे उदों काला हनेरा वो लोग सी जिन्हां नूं रब दे घर दा पता ही कोई नहीं, ते चिट्टा धुंध दा हनेरा वो खतरनाक लोक है जिहदे विच कादी कूड़ बोल मल खाए, ब्राह्मण नावे जियां काए। जोगी जुगत ना जाने, अंदर जोगी है, काजी है, ब्राह्मण है, जिन्हां नूं पता सी, लेकिन वो धुंध बने बैठे आ, लोकां नूं दस नहीं रहे, जान बुझ के लड़ा रहे, एक्सीडेंट करवा रहे लोगों दे, सच किनारे रह गया, खै मरदे ब्राह्मण बुला। इदां दे हालातां विच गुरु प्रगट होया। एक वार तां गुरु 1469 च प्रगट होया ते सानू उस दिन का इंतजार है रहेगा कि साडे जीवन च गुरु किदे प्रगट होएगा। उस दिन का हर एक सिख नूं इंतजार करना चाहिए। गुरु अंदर किस दिन प्रगट, असीं उस दिन कहांगे अज सतगुरु नानक प्रगट है। जिदे जीवन विच प्रगट हो गया तो महाराज कहंदे आ शब्द विच जुड़ना ही लिव लाउणा है। ਜਿਹੜੇ लोग शब्द नाल नहीं जुड़ते, बाहरले कर्म कांडां चुलझे पए आ, कोई किते सिर झुकाउंदा, कोई किते मत्था टेकदा, कोई किते दीवे बालदा, कोई होर बड़े धर्म के कर्म कांड ने, वख-वख राहां ते जाके कोई जल धारे करे, कोई तीर्थां ते नहावे, कोई जंगलां च बैठे, कोई नगन रवे, कोई पैरां च जुत्तियां नहीं पाउंदा, कोई अन्न नहीं खांदा, कोई घर परिवार, बड़ा कुछ लोग इदां दी धर्म की दुनिया च कर रहे आ। जो मर्जी करे, जिन्नी देर तक उहदी शब्द नाल लिव नहीं जुड़दी उन्ना चिर ये देह निमाणी है, ਇਹਦੇ पल्ले कुछ भी नहीं। उन्नी देर तक महाराज कहते प्रवानगी नहीं, प्रवान नहीं होना ने रब दे घर विच। और शब्द की ताकत यह है जिदे शब्द अंदर वस जाए, वड्डियां वड्डियां ताकतां भी सामने झुक जांदियां ने। सिर परमात्मा ने सब तो उपर तां लाया क्योंकि इहदे विच दिमाग है। दिमाग सब तो वडमुल्ली दात है साडे शरीर दी, एक दिल एक दिमाग। तां ही दिल दिमाग का जिक्र बड़ा चलदा संसार विच। सिर झुकाउण लग्गिया सब तो पहला वेखना चाहिए भी ये सिर मेरा नहीं, गुरु दा, परमात्मा दा। जिहदे अगे झुकाउण लग्गिया कि ये जगह है जिथे मैनूं झुकाउणा चाहिए, किते ना होवे भी ये सिर जिहड़ा परमात्मा ने, गुरु ने दिता सब तो उपर लाया। और इस सिर दे उपर गुरु ने अपनी दस्तार सजा दी। ये सिर दे उपर केसां च गुरु ने अपना कंघा रखिया कि मैं एवें ना किसी कबर नूं सिर झुका जावां, किसी एवें ना किसी मड़ी मसान नूं सिर झुका जावां, ते ये सिर फिर मेरा नहीं है, गुरु का सिर झुकेगा। जिवें बाबा फतेह सिंह साहब ते बाबा जोरा सिंह, जदों पहले दिन बाबा जोरावर सिंह बाबा फतेह सिंह की कचहरी में पेशी पई आ, उस दिन छोटी जी खिड़की रखी गई है ते खिड़की विचों सिपाही लंघिया, उन्हें सिर झुकाया, साहिबजादियां नूं इशारा दिता भी जदों तुसीं कचहरी च वड़ना तुसीं सिर झुकाउणा पहला। बाबा जोरावर सिंह ने फतेह सिंह नूं
क्या कहन लग्या वीरा पहला तेरी वारी आनी है क्योंकि तू छोटा है, तेन छोटा समझते आ भी फतेह सिंह छोटा है। ते आ देख दुश्मन की चाल, जदों अंदर वड़ना सिर नहीं झुकाउणा, जुत्ती दिखाउणी आ दुश्मन नूं, क्योंकि जे अज इत्थे तेरा सिर झुकिया इन्हां ने ताड़ियां मार देनियां ने, इन्हां ने उच्ची उच्ची नारे ला देने हैं। क्या देखो गुरु गोबिंद सिंह दे लाल वजीर खान नूं सिर झुका के सलाम कर रहे हैं। ਇਹ ਸਿਰ ਤੇਰਾ ਨਹੀਂ, ਇਹ ਸਿਰ ਪੰਥ ਦਾ ਹੈ, ਇਹ ਸਿਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ, ਇਹ ਸਿਰ ਗੁਰੂ ਤੇਗ ਬਹਾਦਰ ਸਾਹਿਬ ਦਾ ਹੈ। ਜੇ ਅੱਜ ਤੂੰ ਸਿਰ ਝੁਕਾਇਆ, ਇਹ ਤੇਰਾ ਸਿਰ ਨਹੀਂ ਝੁਕਣਾ, ਇਹ ਸਾਡੇ ਪਿਓ ਦਾ ਸਿਰ ਝੁਕ ਜਾਣਾ ਹੈ, ਇਹ ਸਾਡੇ ਦਾਦੇ ਗੁਰੂ ਤੇਗ ਬਹਾਦਰ ਦਾ ਸਿਰ ਝੁਕ ਜਾਣਾ ਹੈ। ਜੇ ਅੱਜ ਵੀਰਾ ਤੂੰ ਸਿਰ ਝੁਕਾਇਆ, ਸਿੱਖੀ ਦਾ ਨਿਸ਼ਾਨ ਝੁਕ ਜਾਣਾ ਤੇ ਪੰਥ ਦਾ ਸਿਰ ਝੁਕ ਜਾਣਾ। ਅੱਜ ਤੇਰਾ ਕੱਲਾ ਨਹੀਂ ਸਿਰ ਝੁਕੇਗਾ। ਕਿਸੇ ਵਿਦਵਾਨ ਨੇ ਲਿਖਿਆ, ਜੋ ਸਰ ਦਰ पे ना झुके उसे दर नहीं कहते, जो दर दर पे झुक जाए उसे सर नहीं कहते। वो सिर नहीं हुंदा जिहड़ा एवें थां थां ते मत्थे टेकी जावे। जिस दिन गुरु नानक साहब सच्चे पातशाह ने गुरु अंगद देव महाराज नूं गुरता गद्दी दित्ती, उस दिन दोवें हाथ जोड़ के सीस झुकाया, मत्था टेकिया, नमस्कार कीती। कुछ जोगी आए गुरु अंगद देव पातशाह कोले, टोला आया जोगियां दा। वो कहंदे जी असीं एक तर्क है, साडे मन च एक शंका है, वो निवृत्त करो। महाराज कहंदे दसो दसो की है शंका। कहंदे गुरु नानक साहब दे सामने बली कंधारी आया, गुरु नानक साहब दे सामने मलक भागो आया, गुरु नानक साहब दे सामने बाबर आया, गुरु नानक साहब दे सामने टोडा राक्ष आया, गुरु नानक साहब दे सामने चोर आए, ठग आए, गुरु नानक साहब दे सामने नूर शाह जादूगरनी आई। बड़ियां वड्डियां वड्डियां ताकतां वाले लोग बड़े भेखां विच आए। गुरु नानक दा सी किसी अगे सिर झुकदे नहीं वेख्या, गुरु नानक नूं किसी अगे हाथ जोड़दे नहीं वेख्या। गुरु नानक ने किसी अगे सिर झुका के हाथ जोड़ के नहीं कहा मेरे तो गलती हो गई, मेरा खेड़ा छड्डो। तुहाडे अगे सिर किवें झुका दिता? तुहानूं मत्था टेकदे असीं वेख्या, तुहानूं सिर झुकाउंदे वेखे, तुहानूं क्यों झुकाया सिर? गुरु अंगद साहब कहंदे नहीं नहीं, वो मैनूं नहीं सी झुकाया। उन्होंने उस दिन भी शब्द नूं मत्था टेकिया सी, उन्होंने उस दिन भी गुरबाणी नूं मत्था टेकिया सी, उन्होंने उस दिन भी मेरे अंदर वसे हुए परमात्मा दे नाम नूं मत्था टेकिया सी। जां इउं कह लो जिवें कोई दानी मां अपने बच्चे नूं जमीन तो चुकण लई झुक जांदी है, ਉਹ ਇਹ नहीं भी वो झुक गई, ये तो मां का वडप्पण हुंदा है कि वो अपने आप नूं झुका के अपने बच्चे नूं चुकदी है। बस ये गुरु नानक साहब साडी वो दानी आलम फाजिल मां है, परोपकारी मां जिहड़ी साडे वर्गे कीड़ियां नूं चुकण वास्ते उहनूं झुकना पैंदा। गुरु रामदास महाराज ने भी तां ही कहा कि गुरु अमरदास ने मत्था टेकिया, नहीं नहीं वो मैनूं मत्था नहीं टेक रहे, मैनूं मेरे अगे झुके नहीं, बल्कि पिता यह होया जो हमरी विद होती मेरे सतगुरा, सब विद तुम्हार जानो आपे, हम रोते फिरते कोई बात ना पूछता, गुर सतगुर संग कीड़े हम थापे। मैं कीड़ियां दी तरह रुल रहा सी। गुरु अमरदास साहब ने तां ये सोच के झुक के मैनूं चुकिया कि इस कीड़े नूं कोई पैरां थल्ले ना मिध के चलिया जाए, मैं एक कीड़े नूं चुक के अपने तख्त ते बिठा दिया। मैं तां कीड़ा सां, कीड़ियां तरह रुल रहा सी। ये तो गुरु अमरदास ने तरस किया, मैनूं रुल रहे कीड़े नूं चुक के अपने तख्त ते बिठा दिता। खैर सतगुरु कहंदे आ इत्थे बड़े तरह के लोग आए, पर शब्द तो बिना किसी की गत नहीं पई। मैं फिर बेनती कर दिया, पहली पौड़ी विच भी शब्द की गल हुई, तीजी पौड़ी विच भी शब्द की गल हुई, चौथी पौड़ी विच भी कह दिता कह नानक सुनो संतो शब्द धरो प्यारो। पंजवीं पौड़ी विच भी कह दिता वाजे पंच शब्द तित घर सुभागै, घर सुभागै शब्द वाजे कला जित कर धारिया। पंच दूत वस कीते काल कंटक मारिया, तुर कर्म पाया तुद जिनको से नाम हर के लागे, कह नानक तह सुख हुआ तित घर। अनहद वाजे मैं एक बेनती होर कर दिया, क्योंकि ये आनंद साहब की बाणी की जो खूबी है, बहुतियां पौड़ियां आनंद साहब तुहानूं इस तरह दीयां मिलणगियां, जेड़ी पंक्ति तो पौड़ी शुरू हुंदी आ उसे पंक्ति ते सतगुरु खत्म कर दिया। बहुतियां पौड़ियां पढ़ के वेखियो, ਉਹਦੇ ਵਿੱਚ ਜਿਵੇਂ ਅੱਜ ਵਾਲੀ पौड़ी ਵਿੱਚ भी साची लिव्या दिन देन माणी, कह नानक लिव्या बाजो क्या करे विचारिया। पौड़ी जिथों शुरू कर दिया उस तकरीबन उस पंक्ति ते समाप्ति कर दिया। ते महाराज साहब ने अज फिर गल शब्द की कीती आ ते कहंदे आ साची लिव्या बिन देह निमाणी भाई। परमात्मा की लिव तो बिना भाई कान सिंह नाभा ने लिव दे अर्थ प्रीत कीते आ।
एक रस हो के कोई परमात्मा के चिंतन में बैठे, सिमरन च बैठे, ध्यान च बैठे, ये लिव ही तो है। ते सतगुरु कहते आ सच्ची लिव। तो फिर आ साची लिव क्या? सतगुरु कह रहा दे नमाणी लिवे बाजो क्या करे विचारिया। ते नाल कह दिता ये लिव दे नाल परमात्मा नाल संबंध जुड़िया सी, पर होया कि लिव छुड़की लगी तृष्णा, माया अमर वरताया। हुण करना काम तो बड़ा छोटा सी, संसार च आए, तृष्णा आई, रोग लग्या, माया ने अपनी कला वरताई ते लिव टुट गई। ते सारे जीवन च असीं की करना सी? महाराज कहंदे गुर प्रसादी जिन्ना लिव लागी तिन्नी विचे माया पाया। असीं माया नूं छड्डना नहीं सी, घर परिवार संसार नूं छड्डना नहीं सी, ये सारियां गल्लां दे विच रह के असीं लिव जोड़ के रखनी सी। क्योंकि बेड़ी ने पानी विच ही तरना हुंदा है ते बेड़ी ने डुबना भी पानी च ही हुंदा है। बस ये बेड़ी ने संसार पानी दे विच रहिंदियां 2 इंच बेड़ी पानी तो उपर रहिंदी है तां तरदी रहिंदी है। जिद्दों 2 उंगलां दा फासला खत्म हो जाए उसे पानी च बेड़ी डुब जाती है। ये संसार सागर है भाई, बल्कि अग दा सागर है। अगन सागर बूढ़त संसारा, ये अग दा सागर है। ਇਹਦੇ ਵਿੱਚ ਆ ਜੀਵਨ ਦੀ ਬੇੜੀ ਅਸੀਂ ਮੋਹ ਮਾਇਆ ਤੋਂ 2 ਉਂਗਲਾਂ ਉੱਚੀ ਰੱਖਣੀ ਹੈ। ਜਿਵੇਂ ਕਮਲ ਦਾ ਫੁੱਲ ਚਿੱਕੜ ਤੋਂ ਉੱਪਰ ਰਹਿੰਦਾ ਹੈ, ਜਿੰਨਾ ਚਿਰ ਇਹ ਮੋਹ ਮਾਇਆ ਤੋਂ ਉੱਪਰ ਲਿਵ ਜੋੜ ਕੇ ਰੱਖੇਗਾ परमात्मा ਨਾਲ, ਇਹ ਬੇੜੀ ਤਰਦੀ ਰਹੇਗੀ। ਬਲਕਿ ਜਿਹੜਾ ਇਸ ਬੇੜੀ 'ਚ ਬੈਠੇਗਾ ਉਹ ਵੀ तर ਜਾਏਗਾ। ਤਾਂ ਹੀ ਮਾਰੇ ਕਹਿੰਦੇ ਇੱਕ ਪਰਿਵਾਰ ਬੜਾ ਵੱਡਾ ਹੈ ਸਰੀਰ ਦਾ, ਜਿਹਨੂੰ ਮਾਰੇ ਕਹਿੰਦਾ ਦੀਨ ਦਿਆਲ ਭਰੋਸੇ तेरे सब परिवार चढ़ाया बेड़े, जात सुभावे तो हुक्म मनावे, इस बेड़े को पार लंघावे। ये संसार सागर विच आ शरीर बेड़ी जिहदे विच आ मेरा सारा, जिहदे विच 9 दरवाजे, इन्नियां अंदर जेड़े पातशाह ने बड़े कीमती से अंग अंदर भी बाहर भी जेड़े लाए आ, ये सारा इस बेड़ी दे विच परिवार बैठा है। मैं अज भरोसे नाल बेड़ी तेरे दर ते लेके आया। सतगुरु किरपा कर, मैनू नाम दा चप्पू दे दे, शब्द दा चप्पू दे दे, मैनू सेवा दा चप्पू दे दे, मैनू सतसंग दा चप्पू दे दे, मैनू ज्ञान ध्यान दा चप्पू दे दे। मैं चप्पू मार मार ये बेड़ी पार लै जावां। डुबना डुबण दा बड़ा खतरा है, क्योंकि सतगुरु कहंदे मैं बड़ी गौर नाल वेखदा, बड़ियां लहरां वज रहीआं ने। बेड़ी कई वार तां इन्नी क डगमगा जांदी है, हमरी बेड़ी पा भरी है, पवन लगे मत जाए। इन्नी बेड़ी साडी ਜਿਹੜੀ ਆ ਪਾਪਾਂ ਨਾਲ ਭਰ ਗਈ, ਮਾੜਾ ਜਿਹਾ ਹਵਾ ਦਾ ਬੁੱਲਾ ਵੱਜਿਆ ਨਹੀਂ ਤੇ ਬੇੜੀ ਨੇ ਮੁੱਧੀ ਹੋ ਜਾਣਾ। ਬੇੜੇ ਭਾਵੇਂ ਬਾਹਰ ਡੁੱਬਦੇ ਹੋਣ ਤੇ ਭਾਵੇਂ ਜੀਵਨ ਦਾ ਬੇੜਾ ਡੁੱਬ ਰਿਹਾ ਹੋਵੇ, ਗੱਲ ਅਰਦਾਸ ਨਾਲ ਬਣਨੀ ਹੈ, ਗੱਲ ਸ਼ਬਦ ਨਾਲ ਬਣਨੀ ਹੈ ਤੇ ਗੱਲ ਸਿਮਰਨ ਨਾਲ ਬਣਨੀ ਹੈ। ਜੇ ਬਾਬਾ ਮੱਖਣ ਸ਼ਾਹ ਡੁੱਬਦੇ ਜਹਾਜ਼ ਵੇਲੇ ਅਰਦਾਸ ਕਰਦਾ, ਉਹਦਾ ਜਹਾਜ਼ ਬੰਨੇ ਲੱਗਦਾ ਹੈ। ਤੇ ਜੇ ਸਾਡੀ ਬੇੜੀ ਡੁੱਬਦੀ ਨਜ਼ਰ ਆ ਰਹੀ ਹੈ, ਅਰਦਾਸ ਕਰ ਲਓ, ਸ਼ਬਦ ਦਾ ਪੱਲਾ ਫੜ ਲਓ, ਸੇਵਾ ਤੇ ਸਿਮਰਨ ਦਾ ਪੱਲਾ ਫੜ ਲਓ, ਸਾਡੀ ਬੇੜੀ ਵੀ ਪਾਰ ਲੱਗਦਾ ਹੈ। नहीं अज भी डुबी तो नहीं का। जिवें भाई नंद लाल साहब नूं गुरु गोबिंद सिंह महाराज ने पूछा सी ना, जदों हथ विच पत्थर इधर उधर कर रहे, जमुना दे विच डिग पिया, महाराज कहंदे डुबिया क्यों? कोई कह रहा जी पानी भारी चीज डुबोंदा, कोई कहना भारी चीज पानी च डुब जाती है। भाई नंद लाल नूं कहंदे तुसीं दसो क्यों डुबिया पत्थर? भाई नंद लाल कहंदा पातशाह मैं नहीं जानदा भी पानी डुबो लैंदा जां भारी चीज पानी च डुबदी है, मैनूं तां इन्ना ही पता जिहड़ा तेरे हथ चों निकल गया उहने डुबना ही डुबना। वो अज भी डुबेगा, वो कल भी डुबेगा। जेड़ा जीवन गुरु के हथां चों निकल गया भाई, उन्हें भव सागर च डुबना है, डुबेगा, कोई नहीं बचा सकता। ते महाराज कहंदे आ वस्त नहीं जिहड़ी आ वो परमात्मा ने बख्शिश कीती है, जिन्हों असीं गुर प्रसादी जिन्ना लिव लागी तिन्नी विचे माया माया पाया। ये माया संसार विच रहिंदे रब नूं पाउणा सी। ते सतगुरु कहंदे वस्त्र नहीं पहनदा, रोटी नहीं खांदा, इहदे नाल कोई फर्क नहीं पैना ਜਿਹੜੇ ਇਵੇਂ ਦੇ कर्म कांड करते आ। पर किरपा उदों होनी है जदों गुर प्रसादी जिन्ना लिव लागी, गुरु की किरपा नाल जिन्ना दी परमात्मा नाल लिव जुड़ गई, उन्हां दा इह बेड़ा बन्ने लगना। जे गुरु की किरपा नाल मालक दा मिलाप हो गया, जे एहसास हो जाए कि तू नहीं परमात्मा मेरे जीवन में वस रहा, बाकी सारा कुछ ही है। जे एहसास हाले तक यह एहसास नहीं है, जां यह एहसास है भी रब गुरु घर विच है, मंदिर च है, मसीह च है, चर्च विच है, जिन्नी देर तक एहसास नहीं हुंदा भी गुर मेरा संग सदा है नाले, सदा ही मेरे नाल है, सदा अंग संगे भंगन में पुते, यह एहसास नहीं हुंदा, उन्नी देर तक इंसान जिहड़ा है उस परमात्मा अगे अरदास नहीं कर सकता। नानक जिस मिन घड़ी ना जीवना, विसरै मरै ना सरै ना बिंद, जिहदे बिना एक घड़ी नहीं लंघ सकती, कि घड़ी ना मिलते तो कलयुग होता।
ਹੁਣ ਕਦ ਮਿਲਿਆ ਜਦੋਂ ਤੱਕ ਇਹ ਸਾਹ ਬਿਸਰੈ ਸਰੇ ਨਾ ਬਿੰਦ, ਇੱਕ ਪਲ ਵੀ ਜਿਹੜਾ ਉਹਦੇ ਨਾਲੋਂ ਵਿਛੋੜਾ, ਇੱਕ ਬਿੰਦ ਨਹੀਂ ਮੇਰਾ, ਇੱਕ ਝੱਟ ਨਹੀਂ ਨਿਕਲਦੀ, ਮੁਹ ਰਹਿਣ ਨਾ ਵਿਹਾਵੈ, ਨੀਂਦ ਨਾ ਆਵੇ ਬਿਨ ਦੇਖੇ, ਗੁਰ ਦਰਬਾਰੇ ਜਿਉ। ਸਤਿਗੁਰੂ ਕਹਿੰਦੇ ਅਹਿਸਾਸ ਹੋਇਆ ਜਦੋਂ ਅੰਦਰ ਫਿਰ ਇਹ ਸ਼ਬਦ ਆਏ, ਸਾਚੀ ਲਿਵੈ ਬਿਨ ਦੇਹ ਨਿਮਾਣੀ। ਪਤਾ ਲੱਗਿਆ ਗੁਰੂ ਕੋਲ ਆ ਕੇ ਵੀ ਇਹ ਦੇਹ ਤਾਂ ਭਾਈ ਗੁਰੂ ਦੇ ਸ਼ਬਦ ਤੋਂ ਬਿਨਾ, ਪਰਮਾਤਮਾ ਦੀ ਸੱਚੀ ਲਿਵ ਨਾਲੋਂ ਟੁੱਟ ਕੇ ਇਹ ਨਿਮਾਣੀ ਹੈ, ਇਹਦੇ ਪੱਲੇ ਕੁਛ ਨਹੀਂ ਹੈ, ਤੇ ਇਸ ਦੇਹੀ ਦੇ ਵਿੱਚ ਤਾਂ ਹੈ ਹੀ ਕੁਛ ਨਹੀਂ ਹੈ। ਤੇ ਮਹਾਰਾਜ ਕਹਿੰਦੇ ਆ ਜੇ ਇਹ ਦੇਹੀ ਕੋਲ ਲਿਵ ਨਹੀਂ ਫਿਰ ਇਹਦੇ ਪੱਲੇ ਵੀ ਕੁਛ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਦੇ 2 ਸ਼ਲੋਕ ਹੋਰ ਖਿਆਲ ਵਿੱਚ ਰੱਖਿਓ। ਇੱਕ ਸ਼ਲੋਕ ਵਿੱਚ ਉਹਦਾ ਜ਼ਿਕਰ ਹੈ ਜਿਨ੍ਹਾਂ ਦੀ ਲਿਵ ਟੁੱਟੀ ਹੋਈ ਹੈ, ਇੱਕ ਸ਼ਲੋਕ ਵਿੱਚ ਉਹਨਾਂ ਦਾ ਜ਼ਿਕਰ ਹੈ ਜਿਨ੍ਹਾਂ ਦੀ ਲਿਵ ਜੁੜੀ ਹੋਈ ਹੈ। ਮਹਾਰਾਜ ਕਹਿੰਦੇ ਏਕ ਭਗਤ ਭਗਵਾਨ ਜੇ ਪਾਨੀ ਕੈ ਨਾਹੀ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਉਹਨਾਂ ਦੀ ਤੁਲਨਾ ਦੇਖੋ, ਸੂਕਰ ਸਵਾਨ ਕੁੱਤੇ ਤੇ ਸੂਰ ਨਾਲ ਤੁਲਨਾ ਹੈ, ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦੀ ਯਾਦ ਨਹੀਂ। ਇੱਕ ਉਹ ਨੇ ਜੋ ਪ੍ਰਾਨੀ ਨਿਸ ਦਿਨ ਭਜੈ, ਨਿਸ ਰਾਤ ਨੂੰ ਕਹਿੰਦੇ ਆ, ਦਿਨ ਤੁਸੀਂ ਸਮਝਦੇ ਹੋ, ਜਿਹੜਾ ਰਾਤ ਦਿਨ ਉਹਨੂੰ ਯਾਦ ਕਰਦਾ ਹੈ, ਉਹ ਫਿਰ ਕੀ ਨੇ? ਰੂਪ ਰਾਮ ਤੇ ਜਾਨ, ਉਹ ਰੱਬ ਦਾ ਹੀ ਰੂਪ ਨੇ ਭਾਈ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਮਾਰੇ ਕਹਿੰਦੇ ਮੈਂ ਇਹ ਸੱਚੀ ਗੱਲ ਕਹਿ ਰਿਹਾ, ਇਹਨੂੰ ਭਾਈ ਮਨ ਵਿੱਚ ਮੰਨ ਲੈ। ਜਿਹੜਾ ਦਿਨ ਰਾਤ ਉਹਨੂੰ ਯਾਦ ਕਰਦਾ, ਉਹਦੇ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੈ, ਉਹ ਰੱਬ ਦਾ ਹੀ ਰੂਪ ਹੈ। ਹਰ ਹਰ ਜਨ ਦੁਈ ਏਕ ਹੈ, ਬਿੰਬ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜੋ ਜਲ ਹੀ ਬਿਕੈ ਸਮਾਏ। ਪਰ ਇਨਸਾਨ ਦੇ ਜੀਵਨ 'ਚ ਕੀ ਹੈ? ਸਾਡੇ ਸਰੀਰ 'ਚ ਕੋਈ ਕੈਲਸ਼ੀਅਮ ਘਟੇ, ਕੋਈ ਵਿਟਾਮਿਨ ਘਟੇ, ਕੋਈ ਹੋਰ ਵਾਧ ਘਾਟ ਹੋਵੇ ਤੇ ਸਾਨੂੰ ਝੱਟ ਪਤਾ ਲੱਗ ਜਾਂਦਾ, ਤੇ ਫਟਾਫਟ ਚੈੱਕ ਕਰਾਉਂਦੇ ਆ ਤੇ ਦਵਾਈ ਲੈਂਦੇ ਆ। ਮਾਰੇ ਕਹਿੰਦੇ ਕਦੇ ਇਹ ਅਹਿਸਾਸ ਨਹੀਂ ਹੋਇਆ ਕਿ ਮੇਰੀ ਪਰਮਾਤਮਾ ਨਾਲੋਂ ਪ੍ਰੀਤ ਘਟ ਗਈ ਹੈ, ਕਦੇ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਮੇਰੀ ਲਿਵ ਟੁੱਟ ਗਈ ਹੈ, ਕਦੇ ਇਸ ਘਾਟ ਦਾ ਨਹੀਂ ਪਤਾ ਲੱਗਿਆ ਕਿ ਮੇਰੇ ਜੀਵਨ 'ਚੋਂ ਸਿਮਰਨ ਘਟ ਗਿਆ, ਕਦੇ ਇਸ ਘਾਟ ਦਾ ਨਹੀਂ ਪਤਾ ਲੱਗਿਆ ਮੇਰੇ ਜੀਵਨ 'ਚੋਂ ਸੇਵਾ ਘਟ ਗਈ, ਮੇਰੇ ਜੀਵਨ 'ਚੋਂ ਸਤਸੰਗ ਦੀਆਂ ਘੜੀਆਂ ਘਟ ਗਈਆਂ, ਮੇਰੇ ਜੀਵਨ 'ਚੋਂ ਜਿਹੜਾ ਹੈ ਉਹ ਪਰਉਪਕਾਰ ਕਰਨ ਦੇ ਕੰਮ ਘਟ ਗਿਆ। ਤੇ ਹੋਰ ਸਰੀਰਕ ਘਾਟਾਂ ਦਾ ਪਤਾ ਲੱਗਦਾ ਹੈ। ਪਾਤਸ਼ਾਹ ਕਹਿੰਦੇ ਮਨ ਮੇਰਿਆ ਅੰਤਰ ਤੇਰਾ ਨਿਦਾਨ ਹੈ, ਬਾਹਰ ਵਸਤ ਨਾ ਭਾਲ। ਜਿਹੜਾ ਪਰਮਾਤਮਾ ਜੀ ਦੀ ਜੋਤ ਅੰਦਰ ਹੈ, ਜਦੋਂ ਉਹਦੇ ਨਾਲੋਂ ਤੇਰਾ ਸੰਬੰਧ ਘਟਦਾ, ਕਦੇ ਇਹਦਾ ਵੀ ਅਹਿਸਾਸ ਕਰਿਆ। ਉਹਨੇ ਅੰਦਰ ਹੀ ਤੇਰੇ ਵਸਤੂ ਟਿਕਾਈ ਆ, ਉਹਨੂੰ ਬਾਹਰ ਨਾ ਲੱਭ। ਘਰੇ ਬੈਠ, ਗੁਰੂ ਕੋਲ ਆ ਕੇ ਬੈਠ, ਧਿਆਨ ਲਾ, ਅੱਖਾਂ ਬੰਦ ਕਰ, ਤੈਨੂੰ ਅੰਦਰੋਂ ਲੱਭੇਗਾ। ਅੱਖਾਂ ਨਾਲ ਖੋਲ ਕੇ ਬਾਹਰ ਬਹੁਤ ਕੁਝ ਵੇਖ ਲਿਆ, ਹੁਣ ਅੱਖਾਂ ਬੰਦ ਕਰਕੇ ਅੰਦਰ ਵੀ ਵੇਖ ਲੈ। ਜਿਵੇਂ ਬਾਬਾ ਬੁੱਲੇ ਸ਼ਾਹ ਦੀ ਕੋਈ ਘਟਨਾ ਹੈ ਨਾ, ਤੁਰੇ ਜਾ ਰਹੇ ਸੀ, ਕੋਈ ਮਾਈ ਬਾਹਰ ਕੁਝ ਲੱਭ ਰਹੀ ਸੀ। ਉਹਨਾਂ ਪੁੱਛਿਆ ਬਜ਼ੁਰਗ ਹੈ, ਸ਼ਾਮ ਦਾ ਵੇਲਾ, ਪੁੱਛਾਂ ਵੀ ਕੀ, ਪੁੱਛਿਆ ਮਾਂ ਕੀ ਮਦਦ ਕਰਾਂ, ਕੀ ਗਵਾਚ ਗਿਆ? ਕਹਿੰਦੀ ਸੂਈ ਗਵਾਚੀ ਹੈ। ਬਾਬਾ ਫਰੀਦ ਸਾਹਿਬ ਲਵਾਉਂਦੇ ਰਹੇ, ਨਹੀਂ ਲੱਭੀ। ਜਦੋਂ ਘੰਟਾ ਬੀਤਿਆ, 2 ਘੰਟੇ, ਕਹਿੰਦੇ ਮਾਂ ਗਵਾਚੀ ਕਿੱਥੇ ਸੀ? ਕਹਿੰਦੀ ਗਵਾਚੀ ਤਾਂ ਅੰਦਰ ਸੀ, ਗਵਾਚੀ ਤਾਂ ਅੰਦਰ ਸੀ। ਫਿਰ ਕਹਿੰਦੇ ਅੰਦਰ ਲੱਭ, ਬਾਹਰ ਕਿਉਂ ਲੱਭਦੀਆਂ? ਅੱਜ ਰੱਬ ਅੰਦਰ ਹੈ, ਅਸੀਂ ਬਾਹਰ ਲੱਭ ਰਹੇ ਹਾਂ। ਪਹਿਲੀ ਗੱਲ, ਰੱਬ ਗਵਾਚਿਆ ਨਹੀਂ, ਰੱਬ ਅਸੀਂ ਭੁਲਾਇਆ ਹੋਇਆ। ਰੱਬ ਗਵਾਇਆ ਨਹੀਂ, ਅਸੀਂ ਰੱਬ ਭੁਲਾਇਆ। ਗਵਾਚੀ ਹੋਈ ਚੀਜ਼ ਨੂੰ ਲੱਭਣਾ ਪੈਂਦਾ, ਜਿਹੜੀ ਚੀਜ਼ ਭੁਲਾਈ ਹੋਵੇ ਉਹਨੂੰ ਲੱਭਣਾ ਨਹੀਂ ਪੈਂਦਾ, ਉਹਨੂੰ ਯਾਦ ਕਰਨਾ ਪੈਂਦਾ। ਉਹਨੂੰ ਯਾਦ ਕਰੋ, ਤੁਹਾਡੇ ਨਾਲ ਹੈ। ਉਹ ਰੱਬ ਗਵਾਇਆ ਨਹੀਂ, ਅਸੀਂ ਭੁਲਾਇਆ ਹੋਇਆ। ਅੱਜ ਵੀ ਜਿਹੜਾ ਚੇਤੇ ਕਰੇਗਾ ਉਹਦੇ ਨਾਲ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੇ ਤਾਂ ਭਾਈ ਅੰਦਰ ਮਾਲਕ ਨੇ ਸਭ ਕੁਝ ਬਖਸ਼ਿਸ਼ ਕੀਤੀ ਹੋਈ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਜਿੰਨੀ ਦੇਰ ਤੱਕ ਤੇਰੇ ਅੰਤਰ ਆਤਮੇ ਸੁਖ ਨਹੀਂ, ਤੈਨੂੰ ਬਾਹਰ ਵੀ ਸੁਖ ਨਹੀਂ ਮਿਲੇਗਾ। ਲੋਕ ਸੁੱਖ ਲੈਣ ਵਾਸਤੇ ਗਰਮੀਆਂ 'ਚ ਠੰਡੀਆਂ ਥਾਵਾਂ ਤੇ ਜਾਂਦੇ ਆ, ਕਦੇ ਕਿਤੇ ਘੁੰਮਣ, ਕਦੇ ਕਿਤੇ ਵੀ ਸੁੱਖ ਮਿਲੇ। ਜਿੰਨਾ ਚਿਰ ਅੰਦਰ ਘਰ ਸੁੱਖ ਨਹੀਂ ਹੈ, ਜਿੱਥੇ ਮਰਜ਼ੀ ਚਲੇ ਜਾਓ, ਦੁਨੀਆ ਤੇ ਸੁੱਖ ਨਹੀਂ ਮਿਲਣਾ। ਤੇ ਜੇ ਘਰ ਵਿੱਚ ਸੁੱਖ ਹੈ, ਉਹ ਜਿੱਥੇ ਵੀ ਬੈਠੇ ਹੋ, ਜੇ ਸਿਮਰਨ ਹੈ, ਉਹਨੇ ਉੱਥੇ ਸੁੱਖ ਬਖਸ਼ਿਸ਼ ਕਰ ਦੇਣਾ। ਤੇ ਮਹਾਰਾਜ ਕਹਿੰਦੇ ਆ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ। ਇਹ ਵਿਚਾਰੀ ਕੀ ਕਰ ਸਕਦੀ ਆ? ਇਹਦੇ ਪੱਲੇ ਕੁਛ ਨਹੀਂ ਹੈ। ਜਦੋਂ ਮਾਲਕ ਆਪਣੀ ਮੌਜ ਨਾਲ ਜੋਤ ਨੂੰ ਕੱਢ ਲੈਂਦਾ ਹੈ, ਹੁਕਮ ਹੈ ਅੰਦਰ ਆ ਜਾਂਦਾ ਪਿਆਰਾ, ਹੁਕਮ ਹੈ ਜਾਦੋ ਜਾਏ। ਜਦੋਂ ਉਹ ਮਰਜ਼ੀ ਨਾਲ, ਸਤਿਗੁਰੂ ਕਹਿੰਦੇ ਆ ਇੱਕ ਦਿਨ ਜਿਵੇਂ ਪਤੀ ਪਤਨੀ ਗੱਲਾਂ ਕਰਦੇ ਆ ਨਾ, ਇਹ ਸਰੀਰ ਪਤਨੀ, ਜੀਵ ਆਤਮਾ ਪਤੀ ਆਪਸ ਵਿੱਚ ਗੱਲਾਂ ਕਰ ਰਿਹਾ। ਇਹ ਸਰੀਰ ਪਤਨੀ ਨੇ ਆਤਮਾ ਪਤੀ ਨੂੰ ਕਿਹਾ ਕਿ ਬਈ ਮੈਨੂੰ ਛੱਡ ਕੇ ਨਾ ਜਾਈ, ਦੇਖ ਆਪਾਂ ਇਕੱਠੇ ਰਹਿੰਦੇ ਆ, ਕਿੱਡੀ ਤਾਕਤ ਹੈ। ਕੱਲੇ ਕੱਲੇ ਹੋ ਗਏ, ਨਾ ਤੈਨੂੰ ਕਿਸੇ ਨੇ ਪੁੱਛਣਾ ਨਾ ਮੈਨੂੰ। ਉਹ ਕਹਿਣ ਲੱਗਿਆ ਜਿਚਰ ਵਸਿਆ ਕੰਤ ਘਰ ਜਿਓ ਸਭ ਕਹਾਏ, ਸਭ ਜਿਓ ਜਿਓ ਕਹਾਏ। ਜਿੰਨਾ ਚਿਰ ਤੂੰ ਮੇਰੇ ਅੰਦਰ ਵਸਿਆ, ਲੋਕ ਜੀ ਜੀ ਕਹਿ ਰਹੇ ਆ,
पर जा उठी चल सी कंतड़ा ता कोई ना पूछे तेरी बात, जिचर वसिया कांत घर सब जियो जियो कहात, जा उठी चल सी कंतड़ा ता कोई ना पूछे तेरी बात, जिद्दे तू अंदरों चलिया गया किसी ने बात नहीं पूछनी। उदे तो घट फुट है कोई बात ना पूछे, काटो काटो कोई जिद्दे घड़ा फुट गया किसी ने थोड़ी कहना भी रख लो, सब ने ही कहना भी लेट क्यों करना, छेती करो संस्कार। कोई दूरों आवे कोई नेड़ों आवे वो सारे ही पूछते हैं, जो पता फोन ते दसो ना फलाना चल गया, वो कहता संस्कार का टाइम की रखा। यही पूछना सारिਆਂ ने, रखण ਲਈ ਕਿਸੇ ने नहीं कहना। ये गुरु नानक साहब का बचन है। ते जीव आत्मा नूं ये शरीर काया कह रही सी, धन कहे तू वस में नाले, प्रै सुखवासी बाल गोपाले, तुझे बिना होके तही ना लेखे, बचन दे छोड़ ना जासा है। ते ये काया ने क्या सी, फिर कहया हो हुक्मी बंदा, ओ भारो ठाकुर जिस कान ना छंदा, जिचर राखे तिचर तुम संग रहना, जा सदे ता ऊठ सदासा है। कहन लगे आई आ गया फिर वो मिलाया, ना धन पुछी ना मता पकाया। ये पत्नी जीव पत्नी कह रही है काया जेड़ी आ उस आत्मा रूपी पति नूं कि मैनू भाई छड्ड के ना जाई। वो कहन लगा जिद्दे छड्ड के जाना मैं तेरे नाल सलाह तक नहीं करनी, तेनू मैं पूछना तक नहीं कि मैं अज तेनू छड्ड के चलिया जावां कि ना। तू सोना सवेरे उठन की एक भावना होगी मैं उठ के करना ते वो करना, मैं तेनू पूछना तक नहीं, तू सुते नहीं रह जाना। वो कहन लगे आई आ गया फिर वो बुलाया, ना धन पुछी ना मता पकाया। कहन लगे ऊठ सुधायो छूटर माटी, मैं चले जाना ते इस मिट्टी दे भांडे नूं पराया जा करके छड्ड जाना है। कहन लगे देख नानक मिथन मुहासा है। आ परमात्मा कहते वेख भाई दुनिया का यह अडंबर इन्ना झूठा है, इत्थे तां जदों बंदा छड्ड के जांदा खिलम है भई पराई, फिर झूठा रुदन हुआ दुआल है, फिर वो रोना धोना भी झूठा ही हुंदा है, क्योंकि सारा काम ही झूठ के सिर ते खड़ा है। वो कहने लगे छड्ड के जाना तेनू दसना भी नहीं, ते नाल महाराज ने कह दिता तुद बाज समर्थ कोई नाही, किरपा कर बनवारी। ये शब्द से पिछे पढ़िया सबना गल्लां समर्थ स्वामी। एक जगह होर पढ़ जा बाबल मेरा वड समर्था, कारण कारण प्रभारा, ते गुरु को आके पता लग्या तुद बाज समर्थ कोई नाही, तेरे जिड्डा समर्थ कोई है ही नहीं परमात्मा, तेरे जिन्ना ताकतवर कोई नहीं है। इसलिए मैं तेरे अगे अरदास करदा किरपा कर बनवारिया। बनवारिया कहंदे आ संसार बन इस जंगल का मालक जिहड़ा वो परमात्मा है, ते इस जगत बाड़ी का मालक होना है परमात्मा। उन्होंने कह रहा किरपा कर बनवारिया, क्योंकि तू सबना गल्लां समर्थ है, तुद बाज समर्थ कोई नहीं, ओदे जिन्ना काबिल कोई नहीं है। अमृत नाम परमेश्वर तेरा जो सिमरै सो जीवै। हे जगतवाड़ी दे मालक मेरे ते किरपा कर, क्योंकि मैं देख लिया इस नो होर थाओ नहीं, जिस पै करो बेनती इस नो होर थाओ नहीं, जिहदे कोले बेनती करे ते शब्द लाग सवारिया। ये शब्द नाल लग के इन्हें इस अंतरात्मे ने सवरना है। शेरे पंजाब महाराजा रणजीत सिंह दे राज च ना एक बड़ा खूंखार बंदा डाकू किस्म का फड़िया, वो कोई रोटी बनाउण जांदा उहनूं भी कुट सिੱਟਦਾ, बाहर कढदिया तां किसी नूं मार जांदा है। एक दिन उहनूं काल कोठड़ी च रखिया, छोटा जिहा रोशनदान है, उत्थे किसी ने फट्टी लाई हुई है, वो किते हिला रहा सी, वो फट्टी उहदे वाले पासे डिग पई, उस फट्टी ते पेपर लग्गिया, पेपर दे उत्ते शब्द लिखिया सी सतगुर आयो शरण तुहारी मिले सूख, नाम हर शोभा चिंता लाए मारी। उन्हें वो शब्द पढ़ना शुरू कर दिता, अवर न सूझे दूजी ठार हाथ पुरे तो द्वारी, लेखा छोट अलेखा छूटे हम निर्गुण ले उबारी, सत बख्शंद सदा मेहरबाना सबना दे आधारी, नानक दास संत पाछे परियो राख लियो। ये बारी ये शब्द पढ़ता गया, जीवन बदलता गया। एक दिन उन्होंने बाहर भी कढ़ना शुरू कर दिता। हुण वो सारियां नूं प्यार करदा, जिहड़ा मारदा सी सारियां नूं प्यार करदा है। एडा जेल दे कर्मचारी हैरान भी एडा जीवन किवें बदल गया। एक दिन शेरे पंजाब नूं रात नूं नींद ना पई, वो बेड़े कढ़ रहा है, उन्हें अपने सिपाहियां नूं कहा भी कल मैं कोई कैदी छड्डना, मैनूं चैन नहीं आ रही, दसो किहनूं छड्डां, कोई कैदी छड्डना, मैनूं रात सारी रात नहीं बेचैनी लगी है, मैनूं आवाज आ रही है भी कोई कैदी छड्ड, किहनूं छड्डां। सारियां ने उहदा नाम लिया, कहंदे हुण तक उहदियां शिकायतां करदे सी बड़ा खूंखार है, ਉਹਨੂੰ ਤਾਂ ਬੰਨ ਕੇ ਰੱਖਣਾ ਪੈਂਦਾ, ਸਭ ਨੂੰ ਮਾਰਦਾ। ਅੱਜ ਉਹਦੀਆਂ ਸਿਫਤਾਂ ਕਰਦੇ ਹੋ, ਕਹਿੰਦੇ ਪਤਾ ਨਹੀਂ ਕੀ ਹੋਇਆ, ਉਹਦਾ ਜੀਵਨ ਬਹੁਤ ਬਦਲ ਗਿਆ।
ਪਹਿਲਾ ਵਰਗਾ ਪੁੱਛਿਆ ਭਾਈ ਤੇਰੇ ਜੀਵਨ ਚ ਇਹ ਤਬਾਦਲਾ, ਉਹਨੇ ਫਿਰ ਉਹ ਪੇਪਰ ਤੇ ਲਿਖਿਆ ਸ਼ਬਦ ਦੱਸਿਆ, ਸਤਿਗੁਰ ਆਇਓ ਸ਼ਾ। ਕਹਿੰਦਾ ਇਹਨੂੰ ਪੜ੍ਹਦਾ ਗਿਆ, ਇਹ ਸ਼ਬਦ ਮੇਰਾ ਜੀਵਨ ਬਦਲਦਾ ਗਿਆ। ਸ਼ੇਰੇ ਪੰਜਾਬ ਕਹਿੰਦਾ ਵੀ ਹੋਰ ਕੋਈ ਮਨ ਦੀ ਇੱਛਾ ਤਾਂ ਦੱਸ। ਉਹ ਕਹਿੰਦਾ ਬਸ ਆ ਜਿਹਦੇ ਸ਼ਬਦ ਨੇ, ਇਹਦੇ ਸ਼ਬਦਾਂ ਦੀ ਕੋਈ ਪੋਥੀ ਮੈਨੂੰ ਹੋਰ ਲਿਆ ਦੇ। ਜਿਹਨੇ ਇੱਕ ਸ਼ਬਦ ਨੇ ਮੈਨੂੰ ਜੇਲ੍ਹ ਚੋਂ ਰਿਹਾ ਕਰਾ ਦਿੱਤਾ, ਉਹਦੇ ਸ਼ਬਦਾਂ 'ਚ ਤਾਕਤ ਪਤਾ ਨਹੀਂ ਕਿੰਨੀ ਹੋਏਗੀ, ਮੈਨੂੰ ਜਮਾਂ ਦੀਆਂ ਫਾਹੀਆਂ ਤੋਂ ਵੀ ਰਿਹਾ ਕਰਾ ਦੇ। ਮੇਰਾ ਸਾਰਾ ਜੀਵਨ ਹੀ ਸਫਲ ਹੋ ਜਾਏਗਾ, ਮੈਨੂੰ ਇਹ ਬਾਣੀ ਦਾ ਹੋਰ ਸੰਗ੍ਰਹਿ ਲਿਆ ਦੇ। ਫਿਰ ਪੋਥੀ ਦਿੱਤੀ ਉਹਨੂੰ ਸ਼ੇਰੇ ਪੰਜਾਬ ਨੇ। ਪਤਾ ਨਹੀਂ ਫਿਰ ਉਹਦਾ ਜੀਵਨ ਕਿੱਡਾ ਵਡਮੁੱਲਾ ਬਣਿਆ। ਤੇ ਇਸ ਲਈ ਮਹਾਰਾਜ ਕਹਿੰਦੇ ਆ ਭਾਈ ਇਹ ਜਿਹੜਾ ਸਰੀਰ ਹੈ, ਇਸ ਨਾ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਝੋ ਕਿਆ ਕਰੇ। ਵਿਚਾਰ ਲਿਵ ਤੋਂ ਬਿਨਾ, ਸ਼ਬਦ ਤੋਂ ਬਿਨਾ, ਵਾਰ-ਵਾਰ ਗੱਲ ਸ਼ਬਦ ਦੀ ਹੈ, ਲਿਵ ਦੀ ਹੈ, ਸਿਮਰਨ ਦੀ ਹੈ, ਨਾਮ ਦੀ ਹੈ, ਧਿਆਨ ਦੀ ਹੈ। ਇਹਦੇ ਤੋਂ ਬਿਨਾ ਕਿਆ ਕਰੇ, ਵਿੱਚ ਕੁਝ ਵੀ ਨਹੀਂ ਹੈ ਪੱਲੇ। ਇਸ ਲਈ ਅਰਦਾਸ ਕਰਕੇ ਅੱਜ ਕਹੋ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਅਸੀਂ ਦਿਨ ਰਾਤ ਵਾਹਿਗੁਰੂ ਤੇਰੇ ਗੁਣ ਗਾਈਏ, ਇਹ ਸਾਡੇ ਮਨ ਚ ਇੱਕ ਚਾਹ ਪੈਦਾ ਕਰ ਦੇ, ਕਿਉਂਕਿ ਬਿਨ ਹਰ ਭਜਨ ਨਾਹੀ ਛੁਟਕਾਰਾ। ਸਾਡੇ ਜੀਵਨ ਦਾ ਬਕਾਇਆ ਜ਼ਿੰਦਗੀ ਜਿਹੜੀ ਬਚੀ ਹੈ, ਤੇਰੇ ਗੁਣ ਗਾਉਂਦਿਆਂ ਬਤੀਤ ਹੋਵੇ, ਤਾਂ ਕਿ ਸਾਡਾ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ ਦੇ ਅਸੀਂ ਭਾਗੀ ਬਣ ਸਕੀਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ। ਸਾਹਿਬ ਸੋ ਮੇਲ। ਸਾਰੀ ਸੰਗਤ ਆਨੰਦ ਸਾਹਿਬ ਦੀ ਬਾਣੀ 'ਚ ਹਾਜ਼ਰੀ ਲਵਾਇਓ। ਫਿਰ ਅਰਦਾਸ ਬੇਨਤੀ ਵਿੱਚ ਜੁੜਾਂਗੇ ਜੀ। ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ।